राधा राधा। हाँ जी। बाणी श्री गुरु ग्रंथ साहब जी महाराज 12 माह माज महला पंजवां। किरत करम के विछड़े कर कृपा मिलो राम। किरत करम के विछड़े कर कृपा मिलो राम। राधा। सतगुरु पंजवां पातशाह गुरु अर्जन देव जी की बाणी 12 माह ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਅਰਦਾਸ ਕੀਤੀ, ਕਿਉਂਕਿ ਕੋਈ ਵੀ ਜਦੋਂ ਅਸੀਂ ਕੰਮ ਸ਼ੁਰੂ ਕਰਦੇ ਹਾਂ ਤੇ ਉਹਦੇ ਵਿੱਚ ਬੇਨਤੀ ਪ੍ਰਾਰਥਨਾ ਅਰਦਾਸ ਸਾਨੂੰ ਸਿਖਾਈ ਗਈ ਕਿ ਵੀ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰੋ, ਬੇਨਤੀ ਕਰੋ, ਉਹਨਾਂ ਕੋਲ ਬਲ ਮੰਗੋ ਕਿ ਜੋ ਡਿਊਟੀ ਤੁਸੀਂ ਸੌਂਪ ਰਹੇ ਹੋ ਮੈਂ ਚੰਗੀ ਤਰ੍ਹਾਂ ਕਰ ਸਕਾਂ, ਉਹ ਅੱਛੀ ਤਰ੍ਹਾਂ ਤੁਹਾਡੇ ਹੁਕਮ ਦੇ ਵਿੱਚ ਰਹਿ ਕੇ ਤੁਹਾਡੀ ਖੁਸ਼ੀ ਲੈ ਸਕਾਂ। ਇਸੇ ਤਰ੍ਹਾਂ ਹੀ ਦੇਸੀ ਮਹੀਨੇ ਦੇ ਹਿਸਾਬ ਦੇ ਨਾਲ ਅੱਜ ਜਿਹੜਾ ਮਹੀਨਾ ਹੈ, ਜਿਹੜੇ ਨਵਾਂ ਸਾਲ ਸ਼ੁਰੂ ਹੁੰਦਾ ਹੈ ਦੇਸੀ ਮਹੀਨੇ ਸਾਲ, ਅਤੇ ਉਹ ਜਿਹੜਾ ਸਾਲ ਹੈ, ਉਹ ਜਿਹੜਾ ਮਹੀਨਾ ਹੈ, ਇੱਕ ਇੱਕ ਪਲ ਕਰਕੇ ਜਿਹੜਾ ਵੰਡਿਆ ਗਿਆ ਹੈ ਉਹਨੂੰ, ਉਹ ਕੋਈ ਵੀ ਪਲ ਜਿਹੜਾ ਮੇਰਾ ਕਦੀ ਬਰਬਾਦ ਨਾ ਜਾਵੇ। ਹਰ ਇੱਕ ਪਲ ਜਿਹੜਾ ਹੈ ਮੇਰਾ ਸਤਿਗੁਰਾਂ ਦੇ ਲੇਖੇ 'ਚ ਲੱਗੇ, ਕੋਈ ਵੀ ਮੇਰੇ ਕੋਲ ਕੋਈ ਐਸੀ ਗਲਤੀ ਨਾ ਹੋਵੇ, ਐਸੀ ਪ੍ਰਾਰਥਨਾ ਕੀਤੀ ਗਈ। ਸੰਗਰਾਂਦ ਹਰ ਮਹੀਨੇ ਹੀ ਅਸੀਂ ਬੈਠਦੇ ਹਾਂ ਸਤਿਗੁਰਾਂ ਦੇ ਚਰਨਾਂ 'ਚ, ਸੰਗਰਾਂਦ ਮਹੀਨਾ ਸੁਣਦੇ ਹਾਂ। ਔਰ ਮੈਂ ਹਰ ਵਾਰੀ ਬੇਨਤੀ ਕਰਦਾ ਹੈ ਕਿ ਇਹਨਾਂ ਦਾ ਮਤਲਬ ਕੋਈ ਹੋਰ ਨਹੀਂ, ਕੋਈ ਹਰ ਇੱਕ ਮਹੀਨੇ ਦੇ ਵਿੱਚ ਉਹਨਾਂ ਨੇ ਸਾਨੂੰ ਉਸ ਪ੍ਰਭੂ ਦੀ ਯਾਦ ਕਰਵਾਈ, ਆਪਣੇ ਕਰਮਾਂ ਬਾਰੇ ਸੁਚੇਤ ਕੀਤਾ ਕਿ ਬਈ ਕਿਸ ਤਰ੍ਹਾਂ ਦੇ ਕਰਮ ਕਰਨੇ ਨੇ, ਕਿਸ ਤਰ੍ਹਾਂ ਦੀ ਸੇਵਾ ਕਰਨੀ ਹੈ ਕਿ ਜਿਹੜੀ ਸਤਿਗੁਰਾਂ ਦੀ ਉਹ ਜਿਹੜੀ ਆਗਿਆ ਜਿਹੜੀ ਹੈ ਅਸੀਂ ਮੰਨ ਸਕੀਏ, ਉਹਦੇ ਭਾਣੇ 'ਚ ਰਹਿ ਸਕੀਏ। ਅਤੇ ਸਤਿਗੁਰਾਂ ਦੇ ਵਚਨ ਜੋ ਆਏ ਨੇ ਉਹਨੂੰ ਬੜੀ ਧਿਆਨ ਨਾਲ ਸ਼ਰਵਣ ਕਰਨਾ ਹੈ। ਔਰ ਜੋ ਬੇਨਤੀ ਹਰ ਵਾਰੀ ਕਰੀਦੀ ਹੈ ਕਿ ਬੜੇ ਸੁਚੇਤ ਹੋ ਕੇ, ਬੜੇ ਐਕਟਿਵ ਹੋ ਕੇ ਸਤਿਗੁਰਾਂ ਦੇ ਵਚਨਾਂ ਨੂੰ ਸੁਣੀਏ। ਇਹਦੇ ਵਿੱਚ ਮਨ ਜਿਹੜਾ ਹੈ, ਮਨ ਦਾ ਕੰਮ ਹੈ ਕਿ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਉਲਝਾਉਣਾ, ਭਟਕਾਉਣਾ, ਆਪਣੇ ਨਿਸ਼ਾਨੇ ਤੋਂ ਕਿਸੇ ਹੋਰ ਪਾਸੇ ਲੈ ਜਾਣਾ। ਪਰ ਜਦੋਂ ਅਸੀਂ ਸਤਿਗੁਰਾਂ ਕੋਲੋਂ ਬਲ ਮੰਗਦੇ, ਜਿਸ ਤਰ੍ਹਾਂ ਅਰਦਾਸ ਦੀ ਗੱਲ ਕੀਤੀ ਹੈ ਕਿ ਉਹਦੇ ਅੱਗੇ ਅਰਦਾਸ ਬੇਨਤੀ ਕਰਕੇ ਅਤੇ ਆਪਣੇ ਵੱਲੋਂ ਪੂਰਾ ਕਰਮ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ, ਅਤੇ ਐਸੀ ਕੋਈ ਚੀਜ਼ ਨਹੀਂ ਹੈ, ਕਿਉਂਕਿ ਉਹਨੇ ਵਚਨ ਸੁਣਾਇਆ ਕਿ ਜੋ ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ। ਬਾਕੀ ਚੀਜ਼ਾਂ ਜਿਸ ਤਰ੍ਹਾਂ ਮੰਗਦੇ ਹਾਂ, ਇਸੇ ਤਰ੍ਹਾਂ ਹੀ ਬੇਨਤੀ ਕਰਕੇ ਉਹਨਾਂ ਦੇ ਚਰਨਾਂ ਦੇ ਵਿੱਚ, ਅਤੇ ਇਹ ਬਿਲਕੁਲ ਸੁਚੇਤ ਹੋ ਕੇ ਬੈਠੀਏ ਕਿ ਤਾਂ ਜੋ ਸਾਨੂੰ ਉਹਨਾਂ ਦੇ ਹਰ ਇੱਕ ਵਚਨ ਦੀ ਸਮਝ ਲੱਗ ਸਕੇ ਕਿ ਕੀ ਸਾਨੂੰ ਸਮਝਾਉਣਾ ਚਾਹੁੰਦੇ ਨੇ, ਕੀ ਸਾਨੂੰ ਦੱਸਣਾ ਚਾਹੁੰਦੇ ਨੇ, ਕਿਸ ਤਰੀਕੇ ਨਾਲ ਅਸੀਂ ਉਹ ਅਰਦਾਸ ਬੇਨਤੀ ਕਰਨੀ ਹੈ, ਉਹਦੇ ਬਾਰੇ ਸਾਰਾ ਦੱਸਿਆ। ਅਤੇ ਅੱਜ ਸੰਗਰਾਂਦ ਦਾ ਮਹੀਨਾ ਜਿਹੜਾ ਚੜ੍ਹਿਆ ਹੈ, ਉਹਦੇ ਬਾਰੇ ਵੀ ਬੜੇ ਧਿਆਨ ਦੇਣਾ ਕਿ ਉਹਦੇ ਵਿੱਚ ਕਿਹੜਾ ਐਸਾ ਰਹੱਸ ਜਿਹੜਾ ਛੁਪਿਆ ਹੈ, ਕਿਉਂਕਿ ਚੇਤ ਦਾ ਮਹੀਨਾ ਹੈ, ਠੀਕ ਹੈ ਨਾ। ਚੇਤਾ ਕਰਨਾ ਹੈ ਕਿ ਕਾਹਦੇ ਵਾਸਤੇ ਅਸੀਂ ਆਏ ਹਾਂ, ਕਾਹਦੇ ਵਾਸਤੇ ਸਾਨੂੰ ਇਹ ਜਨਮ ਮਿਲਿਆ ਹੈ। ਕਿਤੇ ਉਹ ਚੀਜ਼ ਨੂੰ ਅਸੀਂ ਭੁੱਲ ਨਹੀਂ ਗਏ, ਅਤੇ ਸਤਿਗੁਰ ਦਇਆ ਕਿਰਪਾ ਕਰਨ ਕਿ ਇਹ ਜਿਹੜਾ ਮਹੀਨਾ ਹੈ ਚੇਤ ਦਾ, ਇਸ ਜੋ ਸਾਨੂੰ ਸਤਿਗੁਰ ਦੱਸਣਾ ਚਾਹੁੰਦੇ ਨੇ ਉਹ ਸਾਨੂੰ ਸਮਝ ਲੱਗੇ। ਜੋ ਅਸੀਂ ਭੁੱਲ ਗਏ ਹਾਂ ਉਸ ਚੀਜ਼ਾਂ ਦਾ ਸਾਨੂੰ ਚੇਤਾ ਆਵੇ ਕਿ ਸਾਡਾ ਕੀ ਅਸੀਂ ਕਰਨ ਆਏ ਹਾਂ, ਕਾਹਦੇ ਵਾਸਤੇ ਜਨਮ ਮਿਲਿਆ ਹੈ, ਕੀ ਅਸੀਂ ਵਾਅਦਾ ਕੀਤਾ ਸਤਿਗੁਰਾਂ ਦੇ ਨਾਲ, ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੇਤਾ ਕਰ ਸਕੀਏ। ਅਤੇ ਐਤਵਾਰ ਦਾ ਦਿਨ ਚੇਤ ਦਾ ਮਹੀਨਾ ਚੜ੍ਹਿਆ। ਸਤਿਗੁਰ ਦਇਆ ਕਿਰਪਾ ਕਰਨ, ਸਭ 'ਤੇ ਕਿਰਪਾ ਬਣਾਈ ਰੱਖਣ, ਖੁਸ਼ੀਆਂ ਬਖਸ਼ਣ, ਆਪਣੇ ਹੁਕਮ 'ਚ ਰਹਿਣ ਦਾ ਸਭ ਨੂੰ ਬਲ ਬਖਸ਼ਣ।
ਤੇ ਉਸ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਅਰਦਾਸ ਬੇਨਤੀ ਜਿਹੜੀ ਕਰ ਰਹੇ ਨੇ, ਬੜਾ ਧਿਆਨ ਦੇ ਕੇ ਉਹਨੂੰ ਦੇਖੀਏ ਕਿ ਉਹਨਾਂ ਫਰਮਾਇਆ ਕਿ ਕਿਰਤ ਕਰਮ ਕੇ ਵਿਛੜੇ, ਕਿਉਂਕਿ ਹਰ ਇੱਕ ਚੀਜ਼ ਜਿਹੜੀ ਹੈ ਉਹਦੇ ਪਿੱਛੇ ਕੋਈ ਨਾ ਕੋਈ ਕਰਮ ਹੁੰਦਾ ਹੈ। ਹੁਣ ਅਸੀਂ ਉਹਨਾਂ ਨੇ ਕੀ ਫਰਮਾਇਆ ਹੈ ਕਿ ਕਿਰਤ ਕਰਮ ਕੇ ਵਿਛੜੇ, ਸਭ ਤੋਂ ਵੱਧ ਦੁੱਖ ਜਿਹੜਾ ਹੁੰਦਾ ਹੈ ਵਿਛੋੜੇ ਦਾ ਹੁੰਦਾ ਹੈ। ਕੋਈ ਵੀ ਚੀਜ਼ ਜਿਹੜੀ ਹੈ, ਸਾਨੂੰ ਕੋਈ ਚੀਜ਼ ਚੰਗੀ ਚੀਜ਼ ਕੋਈ ਮਿਲੇ ਤੇ ਜਦੋਂ ਉਹ ਵਿਛੜੇ ਸਾਡੇ ਤੋਂ, ਸਾਨੂੰ ਬੜਾ ਦੁੱਖ ਹੁੰਦਾ ਉਸ ਚੀਜ਼ ਦਾ। ਹੁਣ ਸਤਿਗੁਰਾਂ ਨੇ ਕੀ ਫਰਮਾਇਆ ਕਿ ਕਿਰਤ ਕਰਮ ਕੇ ਵਿਛੜੇ, ਕਿ ਸਤਿਗੁਰੂ ਜੀ ਮੇਰੇ ਆਪਣੇ ਹੀ ਕੀਤੇ ਕਰਮਾਂ ਕਰਕੇ ਮੇਰਾ ਜਿਹੜਾ ਤੁਹਾਡੇ ਨਾਲ ਵਿਛੋੜਾ ਪੈ ਗਿਆ, ਕੋਈ ਹੋਰ ਕਿਸੇ ਦੇ ਕਰਕੇ ਨਹੀਂ। ਕਿਰਤ ਆਪਣੇ ਹੀ ਕੀਤੇ ਕਰਮਾਂ ਕਰਕੇ, ਪੁਰਲੇ ਕਰਮਾਂ ਕਰਕੇ ਸਤਿਗੁਰੂ ਜੀ ਤੁਹਾਡੇ ਤੋਂ ਮੇਰਾ ਵਿਛੋੜਾ ਪੈ ਗਿਆ। ਪਰ ਇਹਦੇ ਵਿੱਚ ਇੱਕ ਗੱਲ ਹੋਰ ਹੈ ਕਿ ਵਿਛੋੜਾ ਸਾਡੇ ਆਪਣੇ ਕੀਤੇ ਕਰਮਾਂ ਕਰਕੇ ਤੇ ਹੋ ਗਿਆ, ਉਹ ਜਿਹੜਾ ਅੱਗੇ ਵਚਨ ਕੀਤਾ ਸਤਿਗੁਰਾਂ ਨੇ ਉਹਦੇ ਤੋਂ ਕੀ ਸਮਝ ਲੱਗਦੀ ਹੈ ਕਿ ਆਪਣੇ ਆਪ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟ ਕਰ ਦੇਣਾ, ਆਪਣੇ ਆਪ ਨੂੰ ਕੁਝ ਸਮਝਣਾ ਨਾ, ਕਿਸੇ ਤਰ੍ਹਾਂ ਦੀ ਵੀ ਆਪਣੇ ਵਿੱਚ ਹਉਮੈ ਨਾ ਰੱਖਣੀ। ਹੁਣ ਕੀ ਹੋਇਆ ਕਿ ਸਤਿਗੁਰੂ ਜੀ ਮੈਂ ਕੀਤੇ ਕਰਮਾਂ ਕਰਕੇ, ਆਪਣੇ ਕਰਮਾਂ ਕਰਕੇ ਵਿਛੋੜਾ ਪੈ ਗਿਆ ਤੁਹਾਡੇ ਤੋਂ, ਪਰ ਹੁਣ ਕਿਸੇ ਵੀ ਮੇਰੇ ਕੀਤੇ ਕਰਮਾਂ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਮੇਰੇ ਕੀਤੇ ਕਰਮਾਂ ਕਰਕੇ ਵਿਛੋੜਾ ਤੇ ਪੈ ਗਿਆ ਤੁਹਾਡੇ ਤੋਂ, ਮੈਂ ਦੂਰ ਤਾਂ ਹੋ ਗਿਆ ਹੈ, ਪਰ ਹੁਣ ਜਿਸ ਤਰ੍ਹਾਂ ਕੋਈ ਉੱਪਰਲੀ ਉੱਤੋਂ ਥੱਲੇ ਡਿੱਗ ਪਈਏ ਕਿਤੇ ਡੂੰਘੀ ਜਗ੍ਹਾ ਦੇ ਉੱਤੇ, ਤੇ ਬਈ ਡਿੱਗਣਾ ਤਾਂ ਬੜਾ ਸੌਖਾ ਹੈ, ਚੜ੍ਹਨਾ ਬੜਾ ਔਖਾ ਹੈ। ਬਿਨਾਂ ਪੌੜੀ ਤੋਂ, ਬਿਨਾਂ ਰੱਸੀ ਤੋਂ, ਬਿਨਾਂ ਕਿਸੇ ਦੇ ਹੱਥ ਵਧਾਏ ਤੋਂ ਜਣੀ ਚੜਿਆ ਜਾਂਦਾ ਉੱਤੇ। ਤੇ ਉਹਨੇ ਕਿਹਾ ਕਿ ਡਿੱਗ ਤੇ ਮੈਂ ਸਤਿਗੁਰੂ ਜੀ ਪਿਆ ਹੈ, ਵਿਛੋੜਾ ਤਾਂ ਮੇਰਾ ਜਿਹੜਾ ਤੁਹਾਡੇ ਤੋਂ ਪੈ ਗਿਆ ਹੈ, ਔਰ ਪਿਆ ਵੀ ਆਪਣੇ ਹੀ ਕੀਤੇ ਕਰਮਾਂ ਕਰਕੇ ਆ, ਪਰ ਮੈਂ ਆਪਣੇ ਕਿਸੇ ਵੀ ਐਸੇ ਸ਼ੁਭ ਕਰਮਾਂ ਕਰਕੇ ਮਿਲ ਨਹੀਂ ਸਕਦਾ, ਤੁਹਾਡੇ ਨਾਲ ਮਿਲਾਪ ਨਹੀਂ ਕਰ ਸਕਦਾ, ਇੰਨਾ ਮੇਰੇ 'ਚ ਬਲ ਨਹੀਂ ਹੈ। ਇਸ ਕਰਕੇ ਕੀ ਬੇਨਤੀ ਕੀਤੀ ਹੈ, ਕਰ ਕਿਰਪਾ ਮਿਲੋ ਰਾਮ, ਕਿ ਸਤਿਗੁਰੂ ਜੀ ਵਿਛੋੜਾ ਤੇ ਮੇਰਾ ਜਿਹੜਾ ਪਿਆ ਹੈ ਮੇਰੇ ਆਪਣੇ ਹੀ ਗੱਲਾਂ ਕਰਕੇ, ਆਪਣੇ ਕਰਮਾਂ ਕਰਕੇ ਪਿਆ ਹੈ, ਪਰ ਮਿਲਣਾ ਜਿਹੜਾ ਤੁਹਾਡੇ ਹੱਥ ਦੇ, ਮਿਲਾਉਣਾ ਤੁਹਾਡੇ ਹੱਥ ਦੇ ਵਿੱਚ। ਇਸ ਕਰਕੇ ਕਿਰਪਾ ਕਰੋ, ਕਰ ਕਿਰਪਾ ਮਿਲੋ ਰਾਮ, ਤੁਹਾਡੀ ਕਿਰਪਾ ਤੋਂ ਬਗੈਰ ਨਹੀਂ ਗੱਲ ਬਣ ਸਕਦੀ। ਜਦੋਂ ਤੱਕ ਤੁਸੀਂ ਕਿਰਪਾ ਨਹੀਂ ਕਰੋਗੇ, ਕਿਉਂ ਫਰਮਾਇਆ ਇੱਕ ਜਗ੍ਹਾ ਫਰਮਾਇਆ, ਕਿਉਂਕਿ ਆਪਣੇ ਕਰਮਾਂ ਦਾ ਪਤਾ ਹੁੰਦਾ ਹੈ ਸਾਨੂੰ, ਕਿਸੇ ਨੂੰ ਭਾਵੇਂ ਨਾ ਪਤਾ ਹੋਵੇ, ਆਪਣੇ ਆਪ ਨੂੰ ਤਾਂ ਪਤਾ ਹੁੰਦਾ ਹੈ। ਜੇ ਅਸੀਂ ਇਮਾਨਦਾਰੀ ਦੇ ਨਾਲ ਆਪਣੇ ਵੱਲ ਦੇਖਦੇ ਹਾਂ ਤੇ ਕੋਈ ਚੀਜ਼ ਐਸੀ ਛੁਪੀ ਨਹੀਂ ਹੁੰਦੀ ਕਿ ਕੋਈ ਪਤਾ ਨਾ ਲੱਗੇ। ਕਿਉਂ ਫਰਮਾਇਆ ਕਿ ਅਬ ਮੈਂ ਕੌਣ ਉਪਾਏ ਕਰੂੰ, ਵਿਛੋੜਾ ਤਾਂ ਪੈ ਗਿਆ, ਆਪਣੇ ਕਰਮਾਂ ਕਰਕੇ ਪੈ ਗਿਆ, ਪਰ ਹੁਣ ਮਿਲਣ ਵਾਸਤੇ, ਅੱਗੇ ਵਧਣ ਵਾਸਤੇ ਹੁਣ ਮੈਂ ਕੀ ਕਰਾਂ। ਅਬ ਮੈਂ ਕੌਣ ਉਪਾਏ ਕਰੂੰ, ਜਿਸ ਬਿਦ ਮਨ ਕਾ ਸੰਸਾ ਚੂਕੇ ਭਵਨਿਤ ਪਾਰ ਕਰੂੰ, ਕਿ ਸਤਿਗੁਰੂ ਜੀ ਕਿਹੜਾ ਐਸਾ ਮੈਂ ਕੰਮ ਕਰਾਂ, ਕਿ ਕਿਹੜਾ ਐਸਾ ਉਪਾਏ ਕਰਾਂ ਕਿ ਜਿਹਦੇ ਨਾਲ ਇਹ ਜਿਹੜਾ ਰਸਤਾ ਮੇਰਾ ਜਿਹੜਾ ਖਤਮ ਹੋ ਜਾਵੇ, ਉਹ ਤੁਹਾਡੇ ਨਾਲ ਮਿਲਾਪ ਹੋ ਜਾਵੇ। ਪਰ ਪਤਾ ਹੈ ਆਪਣੇ ਆਪ ਨੂੰ ਕਿ ਕੀ ਅਸੀਂ ਕੀਤਾ ਕੀ। ਉਹਨਾਂ ਅੱਗੇ ਫਰਮਾਇਆ ਹੈ ਕਿ ਜਨਮ ਪਾਏ ਕੁਛ ਭਲਾ ਨਾ ਕੀਨੋ, ਕਿ ਮਿਲਾਪ ਵਾਸਤੇ ਸਤਿਗੁਰਾਂ ਨੇ ਮਨੁੱਖਾ ਜਨਮ ਦਿੱਤਾ, ਸਭ ਤੋਂ ਦੁਰਲਭ ਦੇ ਜਿਹੜੀ ਦੁਰਲਭ ਚੋਲਾ ਜਿਹੜਾ ਦਿੱਤਾ, ਪਰ ਉਹਨੇ ਕਿਹਾ ਕਿ ਜਨਮ ਪਾਏ ਕੁਛ ਭਲਾ ਨਾ ਕੀਨੋ, ਤਾਂ ਤੇ ਅਧਿਕ ਡਰੋ, ਕਿਉਂਕਿ ਜਨਮ ਮਿਲਿਆ, ਇੱਥੇ ਆ ਗਏ, ਪਰ ਆਣ ਕੇ ਜਿਸ ਕੰਮ ਵਾਸਤੇ ਉਹਨਾਂ ਨੇ ਭੇਜਿਆ ਸੀ ਕਿ ਜਾ ਬਈ ਐਸੇ ਕਰਮ ਕਰੀ ਉੱਥੇ ਕਿ ਜਿਹਦੇ ਨਾਲ ਤੇਰਾ ਮੇਰੇ ਨਾਲ ਫਿਰ ਮਿਲਾਪ ਹੋ ਜਾਵੇ। ਐਸੀਆਂ ਡਿਊਟੀਆਂ ਲਗਾਈਆਂ, ਐਸਾ ਕੀਤਾ ਜਿਹਦੇ ਵਾਸਤੇ ਅਸੀਂ ਵਾਅਦੇ ਕੀਤੇ ਕਿ ਨਹੀਂ ਜੀ ਸਤਿਗੁਰੂ ਜੀ ਅਸੀਂ ਹੋਰ ਨਹੀਂ ਕੁਛ, ਸਿਰਫ ਇਸੇ ਵਾਸਤੇ ਹੀ ਯਤਨ ਕਰਾਂਗੇ, ਬਾਕੀ ਕੰਮ ਬਾਅਦ 'ਚ ਨਹੀਂ, ਪਰ ਸਭ ਕੁਛ ਭੁੱਲ ਗਏ। ਤਾਂ ਕਹਿੰਦੇ ਨੇ ਕਿ ਅਬ ਮੈਂ ਕੌਣ ਉਪਾਏ ਕਰੂੰ, ਕਿਹੜਾ ਉਪਾਅ ਐਸਾ ਕਰਾਂ, ਕਿਉਂਕਿ ਪਤਾ ਹੈ ਕਿ ਜਿਸ ਚੀਜ਼ ਵਾਸਤੇ ਮੈਂ ਵਾਅਦਾ ਕੀਤਾ ਸੀ ਉਹ ਤਾਂ ਮੈਂ ਭੁੱਲ ਗਿਆ ਸਭ ਕੁਛ। ਕਿਉਂਕਿ ਜਨਮ ਪਾਏ ਕੁਛ ਭਲਾ ਨਾ ਕੀਨੋ, ਤਾਂ ਤੇ ਅਧਿਕ ਡਰੂੰ, ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਇਹ ਵੀ ਸੋਚ ਧਰਮ, ਕਿਉਂਕਿ ਜਿਸ ਕੰਮ ਵਾਸਤੇ ਮੈਂ ਆਇਆ ਸੀ, ਕੋਈ ਵੀ ਨਾ ਮਨ ਨੇ ਕੋਈ ਚੰਗਾ ਕੰਮ ਕੀਤਾ, ਨਾ ਮਨ ਨੇ ਕਿਸੇ ਚੰਗੇ ਪਾਸੇ ਕहीं ਤੋਰਿਆ, ਨਾ ਕੋਈ ਕਿਸੇ ਤਰ੍ਹਾਂ ਦਾ ਮੈਂ ਬਚਨ ਮੰਨਿਆ, ਨਾ ਮੈਂ ਕੋਈ ਕਰਮ ਅੱਛਾ ਕੋਈ ਕੀਤਾ ਹੈ। ਕਿ ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਕਿਸੇ ਤਰ੍ਹਾਂ ਵੀ ਪ੍ਰਭੂ ਦੀ ਮੈਂ ਰਜਾ ਦੇ ਵਿੱਚ ਨਹੀਂ ਰਿਹਾ, ਕਿਸੇ ਤਰ੍ਹਾਂ ਵੀ ਮੈਂ ਕੋਈ ਬਚਨ ਨਹੀਂ ਮੰਨ ਸਕਿਆ। ਤੇ ਕਿ ਇਹ ਵੀ ਸੋਚ ਤਰੋ, ਕਿ ਜਦੋਂ ਮੈਨੂੰ ਇਹ ਸੋਚ ਆਉਂਦੀ ਹੈ ਕਿ ਮੈਂ ਕੰਮ ਕਿਹੜਾ ਕੀਤਾ ਮਿਲਣ ਵਾਲਾ,
ਕਿਹੜਾ ਕੰਮ ਮੈਂ ਕੀਤਾ ਐਸਾ ਕਿ ਗੁਰੂ ਦੀ ਖੁਸ਼ੀ ਲੈਣ ਵਾਲਾ। ਜਦੋਂ ਮੈਂ ਇਹ ਕੁਝ ਦੇਖਦਾ ਹੈ ਤੇ ਫਿਰ ਕਹਿੰਦੇ ਕਿ ਮੈਨੂੰ ਡਰ ਲੱਗਦਾ ਹੈ ਕਿ ਨਹੀਂ, ਮੈਂ ਤਾਂ ਕਦੀ ਵੀ ਨਹੀਂ ਇੱਥੋਂ ਨਿਕਲ ਸਕਦਾ, ਕਦੀ ਵੀ ਨਹੀਂ ਇੱਥੋਂ ਮੈਂ ਛੁਟਕਾਰਾ ਪਾ ਸਕਦਾ, ਕਦੀ ਵੀ ਇਸ ਦੁੱਖਾਂ ਤੋਂ ਨਹੀਂ ਛੁਟਕਾਰਾ ਮੇਰਾ ਹੋਏਗਾ। ਅੱਗੇ ਫਰਮਾਇਆ ਕਿ ਗੁਰਮਤਿ ਗੁਣ, ਗੁਰਮਤਿ ਸੁਣ ਕੁਛ ਗਿਆਨ ਨਾ ਉਪਜਿਓ। ਕਿਉਂਕਿ ਜਿਸ ਤਰ੍ਹਾਂ ਅਸੀਂ ਸਤਸੰਗ ਸੁਣਦੇ ਹਾਂ, ਵਚਨ ਸੁਣਦੇ ਹਾਂ, ਉਹਨਾਂ ਦੀ ਹਰ ਵਾਰੀ ਬਾਣੀ ਪੜ੍ਹਦੇ ਹਾਂ, ਸ਼ਬਦ ਸੁਣਦੇ ਹਾਂ, ਹੁਣ ਇਹ ਕਾਹਦੇ ਵਾਸਤੇ ਸੀ? ਮੈਂ ਕਈ ਵਾਰੀ ਦੱਸਿਆ ਹੈ ਕਿ ਸੇਵਾ ਕਾਹਦੇ ਵਾਸਤੇ ਕਰਦੇ ਹਾਂ, ਸਿਮਰਨ ਕਾਹਦੇ ਵਾਸਤੇ ਕਰਦੇ ਹਾਂ, ਧਿਆਨ ਕਾਹਦੇ ਵਾਸਤੇ ਕਰਦੇ ਹਾਂ, ਦਾਨ ਪੁੰਨ ਕਾਹਦੇ ਵਾਸਤੇ ਕਰਦੇ ਹਾਂ, ਸਤਸੰਗ ਕਾਹਦੇ ਵਾਸਤੇ ਸੁਣਦੇ ਹਾਂ। ਪਰ ਜਦੋਂ ਅਸੀਂ ਆਪਣੇ ਵੱਲ ਨਜ਼ਰ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਵੀ ਕੁਝ ਬਦਲਾਵ ਤਾਂ ਆਇਆ ਹੀ ਨਹੀਂ ਕਿਸੇ ਚੀਜ਼ ਦਾ। ਸੁਣੀ ਜਾਂਦੇ ਹਾਂ, ਕਰੀ ਜਾਂਦੇ ਹਾਂ ਸਭ ਕੁਛ, ਪਰ ਬਦਲਾਵ ਨਹੀਂ ਜ਼ਿੰਦਗੀ ਦੇ ਵਿੱਚ ਆ ਰਿਹਾ, ਕੋਈ ਵੀ ਰਸਤਾ ਨਹੀਂ ਸਾਡਾ ਬਦਲ ਰਿਹਾ। ਜੋ ਕਰ ਰਹੇ ਹਾਂ ਉਹ ਉਹੀ ਕੁਛ ਕਰੀ ਜਾ ਰਹੇ ਹਾਂ ਸਭ ਕੁਛ। ਹੈ ਕਿ ਗੁਰਮਤਿ ਸੁਣ ਕੁਛ ਗਿਆਨ ਨਾ ਉਪਜਿਓ। ਗੁਰਮਤਿ ਸੁਣਦੇ ਰਹੇ ਆ ਸਭ ਕੁਛ, ਪਰ ਕੁਛ ਗਿਆਨ ਨਾ ਉਪਜਿਓ। ਪਸ਼ ਜੋ ਉਦਰ ਭਰੋ, ਕਿ ਜਿੱਦਾਂ ਪਸ਼ੂ ਹੁੰਦੇ ਨੇ ਉਹਨਾਂ ਨੂੰ ਸਿਰਫ ਤੇ ਸਿਰਫ ਆਪਣੇ ਪੇਟ ਦਾ ਹੀ ਆ ਉਹ ਭਰਦੇ, ਇਸੇ ਤਰ੍ਹਾਂ ਮੈਂ ਸੁਣਦਾ ਸਭ ਕੁਛ, ਕਰਦਾ ਕੁਛ, ਸਭ ਕੁਛ ਆ, ਪਰ ਜੋ ਮੇਰੀਆਂ ਖੁਰਾਕਾਂ ਨੇ ਜੋ ਸੰਸਾਰ 'ਚ ਉਹ ਬਸ ਚੱਲ ਰਿਹਾ ਹੈ। ਇਸ ਕਰਕੇ ਡਰ ਲੱਗਦਾ ਇਸ ਚੀਜ਼ ਤੋਂ ਕਿ ਮੈਂ ਕਿਸ ਤਰ੍ਹਾਂ ਇੱਥੋਂ ਮੈਂ ਨਿਕਲਾਂਗਾ ਬਾਹਰ। ਕਿਉਂਕਿ ਜਦੋਂ ਕੋਈ ਦੁੱਖ ਆਉਂਦਾ ਹੈ ਵਾਅਦੇ ਕਰਦੇ ਆ ਕਿ ਸਤਿਗੁਰੂ ਜੀ ਹੁਣ ਕਿਰਪਾ ਕਰ ਦਿਓ, ਹੁਣ ਨਹੀਂ ਮੈਂ ਗਲਤੀ ਕਰਾਂਗਾ ਦੁਬਾਰਾ, ਹੁਣ ਕਿਰਪਾ ਕਰ ਦਿਓ, ਹੁਣ ਮੈਂ ਵਚਨ ਮੰਨਾਂਗਾ ਸਾਰਾ। ਲੇਕਿਨ ਟਾਈਮ ਪਾਉਣ ਦੇ ਉੱਤੇ ਫਿਰ ਉਹੀ ਐਸਾ ਮਨ ਜਿਹੜਾ ਆ ਫਨ ਚੁੱਕਦਾ ਫਨੀ ਸੱਪ ਵਾਂਗੂ ਕਿ ਸਭ ਕੁਛ ਭੁਲਾ ਕੇ ਰੱਖ ਦਿੰਦਾ ਹੈ। ਫਰਮਾਇਆ ਕਿ ਗੁਰਮਤਿ ਸੁਣ ਕੁਛ ਗਿਆਨ ਨਾ ਉਪਜਿਓ, ਪਸ਼ ਜਿਉ ਉਦਰ ਭਰੋ, ਕਹੋ ਨਾਨਕ ਪ੍ਰਭ ਬਿਰਧ ਪਛਾਣੋ। ਕੀ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਫਰਮਾਇਆ ਕਿ ਕਰ ਕਿਰਪਾ ਮਿਲੋ ਰਾਮ, ਵਿਛੋੜਾ ਤੇ ਮੇਰੇ ਕਰਮਾਂ ਕਰਕੇ ਪੈ ਗਿਆ, ਤੁਹਾਡੇ ਤੋਂ ਦੂਰ ਤੇ ਮੈਂ ਜਦੋਂ ਮਰਜ਼ੀ ਹੋ ਜਾਂਦਾ ਹੈ ਨਾਮ ਬਣ ਕੇ, ਪਰ ਮੇਰੇ ਕੋਲ ਅੱਗੇ ਵਧਣਾ ਬੜਾ ਔਖਾ ਹੁੰਦਾ ਹੈ, ਵਚਨ ਨੂੰ ਲੰਘ ਜਾਣਾ ਬੜਾ ਸੌਖਾ ਹੈ, ਪਰ ਫਿਰ ਦੁਬਾਰਾ ਉਸ ਪੌੜੀ ਤੇ ਜਿਸ ਤਰ੍ਹਾਂ ਕਹਿੰਦੇ ਪੌੜੀ ਛੁਟਕੀ ਹੱਥ ਨਾ ਆਵੇ, ਬੜਾ ਮੁਸ਼ਕਿਲ ਹੈ। ਤੇ ਉਹਨਾਂ ਨੇ ਫਰਮਾਇਆ ਕਿ ਹੁਣ ਬੇਨਤੀ ਕੀਤੀ, ਅਰਦਾਸ ਕੀਤੀ ਕਿ ਕਹੋ ਨਾਨਕ ਪ੍ਰਭ ਬਿਰਧ ਪਛਾਣੋ, ਤਬ ਇਹ ਪਤਿਤ ਤਰੋ। ਕਹਿੰਦੇ ਮੇਰੇ ਵਰਗਾ ਪਤਿਤ, ਮੇਰੇ ਵਰਗਾ ਪਾਪੀ ਜਿਹੜਾ ਆ ਤਰ ਉਦੋਂ ਹੀ ਸਕਦਾ ਹੈ ਜਦੋਂ ਤੁਸੀਂ ਕਿਰਪਾ ਕਰੋ, ਤੁਸੀਂ ਆਪਣਾ ਬਿਰਧ ਪਛਾਣੋ। ਤੁਹਾਡੀ ਦਇਆ ਤੋਂ ਬਗੈਰ ਨਹੀਂ ਗੱਲ ਬਣਨੀ। ਇਸ ਕਰਕੇ ਮੈਂ ਕਿ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਵੇਲੋ ਰਾਮ। ਕਿ ਛੋੜਾ ਤੇ ਪੈ ਗਿਆ ਜਿਸ ਤਰ੍ਹਾਂ ਵੀ ਹੈ, ਪਰ ਹੁਣ ਦਇਆ ਕਿਰਪਾ ਕਰੋ, ਮੈਨੂੰ ਆਪਣੇ ਨਾਲ ਮਿਲਾ ਲਓ। ਹਾਂਜੀ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਤਿਸ ਪਰਮੇ, ਥਕ ਆਏ ਪ੍ਰਭ ਕੀ ਸਾਮ। ਕਿਉਂਕਿ ਇੱਕ ਸਾਡੇ ਇੱਕ ਜਿਹੜੀ ਸੋਚ ਜਾਂ ਇੱਕ ਸਾਡਾ ਇਸ ਤਰ੍ਹਾਂ ਦਾ ਬਣ ਗਿਆ ਹੈ ਕਿ ਥੋੜ੍ਹੀ ਕੀਤਿਆਂ ਅਸੀਂ ਨਹੀਂ ਕਿਸੇ ਚੀਜ਼ ਨੂੰ ਮੰਨਦੇ। ਹੁਣ ਉਹੀ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੈਂ ਕੋਈ ਉੱਪਰੋਂ ਨਹੀਂ, ਜਿਸ ਤਰ੍ਹਾਂ ਕਿਹਾ ਕਿ ਕਰ ਕਿਰਪਾ ਮੇਲੋ ਰਾਮ, ਮਤਲਬ ਕਿ ਤੁਸੀਂ ਤੁਹਾਡੀ ਕਿਰਪਾ ਨਾਲ ਹੀ ਹੋਣਾ। ਮੈਨੂੰ ਪਤਾ ਚੱਲ ਗਿਆ। ਕਿਸ ਤਰ੍ਹਾਂ ਪਤਾ ਚੱਲ ਗਿਆ ਹੈ? ਕਿਉਂਕਿ ਮੈਂ ਭਟਕ ਚੁੱਕਿਆ ਸਾਰੇ ਪਾਸੇ, ਕੋਈ ਜਗ੍ਹਾ ਨਹੀਂ ਛੱਡੀ। ਕਹਿੰਦੇ ਚਾਰ ਘੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਹੁਣ ਦੋ ਵਿੱਚ ਉਹਨਾਂ ਨੇ ਵਚਨ ਕੀਤੇ ਕਿ ਚਾਰ ਕੁੰਟ ਤੇ ਦਹਿ ਦਿਸ। ਕਿਸੇ ਵੀ ਚੀਜ਼ ਨੂੰ ਸਮਝੀ ਅੱਛੀ ਤਰ੍ਹਾਂ ਜਦੋਂ ਵਿਚਾਰ ਕਰਾਂਗੇ ਤਾਂ ਸਮਝ ਲੱਗੇਗੀ ਕਿ ਉਹਨਾਂ ਨੇ ਕਿਸੇ ਵੀ ਚੀਜ਼ ਦੀ ਗੁੰਜਾਇਸ਼ ਛੱਡੀ ਨਹੀਂ। ਚਾਰ ਕੁੰਡ ਜਿਹੜੇ ਕਿ ਉਹਨਾਂ ਨੇ ਕਿਹਾ ਕਿ ਚਾਰੇ ਦਿਸ਼ਾਵਾਂ, ਚਾਰੇ ਕੋਨੇ ਜਿਹੜੇ ਆ, ਚਾਰ ਕੋਨੇ ਜਿਹੜੇ, ਤੇ ਦਹਿ ਦਿਸ ਮਤਲਬ ਦੱਸੇ ਦਿਸ਼ਾਵਾਂ, ਦੱਸੇ ਜਿਹੜਾ ਪੂਰਬ, ਪੱਛਮ, ਉੱਤਰ, ਦੱਖਣ, ਇਹ ਚਾਰ ਦਿਸ਼ਾਵਾਂ ਜਿਹੜੀਆਂ ਨੇ ਇਹਦੇ ਚਾਰੇ ਕੋਨੇ 8 ਹੋ ਗਏ, ਤੇ ਇੱਕ ਪਤਾਲ ਤੇ ਇੱਕ ਅਸਮਾਨ ਜਿਹੜਾ ਉੱਪਰ। ਦੱਸੇ ਦਿਸ਼ਾਵਾਂ 'ਚ ਕਹਿੰਦੇ ਕੋਈ ਵੀ ਮੈਂ ਕੋਈ ਜਗ੍ਹਾ ਨਹੀਂ ਛੱਡੀ, ਸਾਰੇ ਪਾਸੇ ਮੈਂ ਘੁੰਮ ਲਿਆ, ਪਰ ਹੁਣ ਮੈਂ ਥੱਕ ਚੁੱਕਿਆ, ਕਿਸੇ ਪਾਸੇ ਨਹੀਂ ਮੇਰਾ ਪੇਸ਼ ਜਾਰੀ। ਚਾਰ ਕੁੰਡ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਹੁਣ ਮੈਂ ਥੱਕ ਗਿਆ ਸਤਿਗੁਰੂ ਜੀ,
ਥੱਕ ਕੇ ਤੇ ਫਿਰ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ। ਔਰ ਇਹ ਗੱਲ ਬਿਲਕੁਲ ਸਹੀ ਹੈ। ਉਦੋਂ ਤੱਕ ਅਸੀਂ ਸ਼ਰਨ ਚਾਹੁੰਦੇ ਵੀ ਨਹੀਂ, ਉਦੋਂ ਤੱਕ ਸ਼ਰਨ ਚਾਹੁੰਦੇ ਵੀ ਨਹੀਂ ਜਦੋਂ ਤੱਕ ਅਸੀਂ ਥੱਕ ਨਹੀਂ ਜਾਂਦੇ, ਜਦੋਂ ਤੱਕ ਸਾਡਾ ਪੂਰਾ ਜ਼ੋਰ ਨਹੀਂ ਹੋ ਜਾਂਦਾ। ਆਪਣਾ ਬਲ ਪੂਰਾ ਲਗਾਉਂਦੇ ਆ। ਕੋਈ ਚੀਜ਼ ਕਿਸੇ ਤਰ੍ਹਾਂ ਦੀ ਹੋਵੇ ਤੇ ਆਪਣਾ ਕੋਈ ਇਹ ਥੋੜਾ ਕੋਈ ਘੱਟ ਕਰਦੇ ਆ। ਹਰ ਇੱਕ ਚੀਜ਼ ਦੇ ਵਿੱਚ ਕੋਈ ਵੀ, ਚਾਹੇ ਉਹ ਕਿਸੇ ਤਰ੍ਹਾਂ ਦੀ ਕੋਈ ਬਾਹਰਲੀ ਕੋਈ ਬਿਮਾਰੀ ਹੋਵੇ, ਕੋਈ ਚੀਜ਼ ਕੋਈ ਇਸ ਤਰ੍ਹਾਂ ਦੀ ਕੋਈ ਗੁੰਮ ਗਈ ਹੋਵੇ, ਕੁਛ ਵੀ ਹੋਵੇ, ਪਹਿਲਾਂ ਆਪਣਾ ਪੂਰਾ ਜ਼ੋਰ ਲਗਾਉਂਦੇ ਆ। ਮੈਂ ਪਿੱਛੇ ਵੀ ਦੱਸਿਆ ਸੀ ਕਿ ਸਰਗੁਰਾਂ ਜੋ ਵਚਨ ਕਿ ਉਹਨਾਂ ਨੇ ਇੱਕ ਮਿਸਾਲ ਦਿੱਤੀ, ਉਹ ਜਿਹੜੀ ਦ੍ਰੋਪਦੀ ਵਾਲੀ, ਕਿ ਉਹਨੇ ਰੋਜ਼ ਕੀਤਾ ਸੀ ਕਿ ਸਤਿਗੁਰੂ ਜੀ ਮੇਰੀ ਤੁਸੀਂ ਬੇਨਤੀ ਨਹੀਂ ਸੁਣੀ, ਇੰਨਾ ਲੇਟ ਸੁਣੀ, ਮੇਰਾ ਤਾਂ ਕੰਮ ਹੀ ਹੋ ਚੱਲਿਆ ਸੀ। ਫਿਰ ਉਹਨੇ ਕਿਹਾ ਕਿ ਬਈ ਬੇਟੀ ਨਹੀਂ, ਮੈਂ ਤਾਂ ਬੇਨਤੀ ਜਦੋਂ ਤੂੰ ਮੈਨੂੰ ਪੁਕਾਰਿਆ ਮੈਂ ਬੇਨਤੀ ਉਸੇ ਵੇਲੇ ਸੁਣ ਲਈ ਸੀ, ਤੂੰ ਜਦੋਂ ਪੁਕਾਰ ਕਰਨ 'ਚ ਦੇਰ ਲਗਾਈ। ਇਸੇ ਤਰ੍ਹਾਂ ਜਦੋਂ ਅਸੀਂ ਉਹ 'ਚ ਕਰਦੇ ਹਾਂ, ਜਦੋਂ ਤੱਕ ਅਸੀਂ ਥੱਕਦੇ ਨਹੀਂ ਆ ਨਾ, ਉਦੋਂ ਤੱਕ ਅਸੀਂ ਪ੍ਰਭੂ ਦੀ ਸ਼ਰਨ 'ਚ ਆਉਂਦੇ ਵੀ ਨਹੀਂ। ਫਿਰ ਜਦੋਂ ਥੱਕ ਜਾਂਦੇ ਹਾਂ, ਭਾਵੇਂ ਉੱਪਰੋਂ ਜ਼ਰੂਰ ਅਸੀਂ ਭਾਵੇਂ ਬੇਨਤੀਆਂ ਕਰੀ ਜਾਈਏ, ਪਰ ਇੱਕ ਮਨ 'ਚ ਸਾਡੇ ਇੱਕ ਚੀਜ਼ ਹੁੰਦੀ ਹੈ, ਮੰਨ ਲਓ ਸਾਡੀ ਕੋਈ ਚੀਜ਼ ਗੁੰਮ ਜਾਂਦੀ ਹੈ ਘਰ ਦੇ ਵਿੱਚ, ਘਰ 'ਚ ਚੀਜ਼ ਗੁੰਮ ਜਾਂਦੀ ਹੈ, ਜ਼ੋਰ ਲਗਾਈ ਜਾਂਦੇ ਹਾਂ, ਦੇਖੀ ਜਾਂਦੇ ਹਾਂ, ਤੇ ਫਿਰ ਅਸੀਂ ਉੱਤੋਂ ਕਹੀ ਵੀ ਜਾਂਦੇ ਹਾਂ ਕੋਈ ਨਹੀਂ, ਗੁਰਮਾਈ ਨੇ ਲਵਾ ਹੀ ਦੇਣੀ ਹੈ, ਗੁਰਮਾਈ ਲਵਾ ਵੀ ਦੇਣੀ ਹੈ, ਪਰ ਅੰਦਰੋਂ ਪੂਰੇ ਡਰੇ ਹੁੰਦੇ, ਮਤਲਬ ਉਸ ਚੀਜ਼ ਨੂੰ ਨਹੀਂ ਛੱਡਿਆ ਹੁੰਦਾ, ਆਪਣੀ ਉਸ ਚੀਜ਼ ਨੂੰ। ਪਰ ਜਦੋਂ ਸਾਰੇ ਬੰਨੇ ਦੇਖ ਲੈਂਦੇ ਹਾਂ ਚੀਜ਼ ਨਹੀਂ, ਤੇ ਫਿਰ ਅਸੀਂ ਕੀ ਕਰਦੇ ਹਾਂ, ਫਿਰ ਉਹਦੀ ਸ਼ਰਨ ਦੇ ਵਿੱਚ ਕਿ ਸਤਿਗੁਰੂ ਜੀ ਬੜੀ ਜ਼ਰੂਰੀ ਹੈ, ਕਿਰਪਾ ਕਰੋ ਤੁਸੀਂ। ਇਸੇ ਤਰ੍ਹਾਂ ਹੀ ਉਹਨਾਂ ਨੇ ਸੁਣਾਇਆ ਕਿ ਮੈਂ ਥੱਕ ਕੇ ਚਾਰੇ ਕੋਨਿਆਂ 'ਚ 10 ਦਿਸ਼ਾਵਾਂ ਦੇ ਵਿੱਚ ਫਿਰ ਕੇ ਮੈਂ ਥੱਕ ਚੁੱਕਿਆ ਹੈ, ਤੇ ਹੁਣ ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਦੇ ਵਿੱਚ ਆ ਗਿਆ। ਇਸ ਕਰਕੇ ਤੁਹਾਡੀ ਦਇਆ ਦੇ ਨਾਲ ਹੀ ਮੇਰਾ ਕੰਮ ਚੱਲਣਾ ਹੈ, ਤੁਸੀਂ ਕਿਰਪਾ ਕਰੋਗੇ ਤੇ ਮੈਂ ਤੁਹਾਨੂੰ ਮਿਲ ਸਕਦਾ ਹੈ। ਮੈਂ ਆਪਣਾ ਜ਼ੋਰ ਲਗਾ ਚੁੱਕਿਆ। ਜੇ ਮੈਂ ਮਿਲਣਾ ਹੁੰਦਾ, ਜੇ ਮੈਂ ਤੁਹਾਨੂੰ ਪਕੜਨਾ ਹੁੰਦਾ ਤੇ ਮੈਂ ਬੜੀ ਦੇਰ ਦਾ ਪਕੜ ਲੈਣਾ ਸੀ, ਪਰ ਹੁਣ ਮੈਂ ਸਾਰੇ ਪਾਸੋਂ ਹਾਰ ਚੁੱਕਿਆ। ਹਾਂਜੀ ਅੱਗੇ। ਤੈਨ ਦੁਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ। ਕਿਉਂਕਿ ਹੁਣ ਬੇਨਤੀ ਤੇ ਕਰ ਦਿੱਤੀ, ਪਰ ਮਨ ਦੇ ਵਿੱਚ ਇੱਕ ਆਉਂਦਾ ਵੀ, ਕਈ ਵਾਰੀ ਮਨ ਦੇ ਵਿੱਚ ਹੁੰਦਾ ਹੈ ਕਿ ਸਵਾਲ ਵੀ ਕਿ ਸ਼ਰਨ ਦੇ ਵਿੱਚ ਜਾ ਰਹੇ ਹਾਂ ਕਿ ਇਸ ਤੋਂ ਬਗੈਰ ਕੰਮ ਨਹੀਂ ਚੱਲਦਾ, ਜਾਂ ਸਤਿਗੁਰਾਂ ਕੋਲੋਂ ਹੀ ਬੇਨਤੀ ਕਰ ਰਹੇ ਕਿ ਇਸ ਤੋਂ ਬਗੈਰ ਨਹੀਂ ਸਰਦਾ, ਤੇ ਉਹਦਾ ਜਵਾਬ ਦਿੱਤਾ ਕਿ ਨਹੀਂ ਸਰਦਾ ਹੈਗਾ। ਕਹਿੰਦੇ ਧੇਨ ਦੁੱਧੇ ਤੇ ਬਾਹਰੀ, ਜਿਸ ਤਰ੍ਹਾਂ ਗਊ ਜਿਹੜੀ ਹੈ ਜਦੋਂ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਤੇ ਕਹਿੰਦੇ ਆ ਕਿ ਉਹ ਕਿਸੇ ਕੰਮ ਦੀ ਨਹੀਂ ਲੈਂਦੀ। ਕਹਿੰਦੇ ਧੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕੰਮ। ਜਦੋਂ ਦਾ ਇਹ ਮਿਸਾਲਾਂ ਸਤਿਗੁਰਾਂ ਨੇ ਦਿੱਤੀਆਂ, ਕੋਈ ਮਤਲਬ ਉਹਨੂੰ ਜਿਸ ਤਰ੍ਹਾਂ ਅਵਾਰਾ ਹੀ ਉਹ ਜਿਸ ਤਰ੍ਹਾਂ ਹੋਏ, ਉਹਨੂੰ ਦੁੱਧ ਸਕਾ ਗਈ ਤੇ ਉਹਨੂੰ ਸਮਝਿਆ ਜਾਂਦਾ ਸੀ ਕਿ ਨਹੀਂ ਵੀ ਇਹ ਹੁਣ ਕਿਸੇ ਕੰਮ ਦੀ ਨਹੀਂ ਹੈਗੀ। ਇਸੇ ਤਰ੍ਹਾਂ ਹੀ ਜਦੋਂ ਸਾਨੂੰ ਸਤਿਗੁਰਾਂ ਦਾ ਨਾਮ ਸਾਡੇ ਅੰਦਰ ਨਾ ਹੋਵੇ, ਸਤਿਗੁਰਾਂ ਦੀ ਯਾਦ ਅੰਦਰ ਨਾ ਹੋਵੇ, ਸਤਿਗੁਰਾਂ ਦਾ ਵਚਨ ਸਾਨੂੰ ਯਾਦ ਨਾ ਹੋਵੇ, ਤੇ ਫਿਰ ਸੋਚੀਏ ਕਿ ਸਾਡੇ ਕੋਲ ਹੈ ਵੀ ਕੀ ਹੋਰ। ਬਾਕੀ ਚੀਜ਼ਾਂ ਜਿਹੜੀਆਂ ਸਮਝਦੇ ਹੈਗੀਆਂ ਨੇ, ਉਹ ਤੇ ਹੈ ਕਿ ਵੀ ਨਾ ਹੋਈਆਂ ਦੇ ਬਰਾਬਰ ਹੈ। ਪਰ ਜੇ ਸਤਿਗੁਰਾਂ ਦਾ ਨਾਮ ਕੋਲ ਹੈ, ਬਾਕੀ ਸਾਰੀ ਕਿਸੇ ਚੀਜ਼ਾਂ ਦੀ ਕਮੀ ਵੀ ਹੈ, ਤੇ ਤਾਂ ਵੀ ਸਾਨੂੰ ਸਾਡੇ ਕੋਲ ਸਭ ਕੁਛ ਹੀ ਹੈ। ਚਲੋ ਫਰਮਾਇਆ ਕਿ ਧੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕੰਮ। ਕਿ ਸਤਿਗੁਰੂ ਜੀ ਇਸੇ ਤਰ੍ਹਾਂ ਦੀ ਮੇਰੀ ਹਾਲਤ ਹੈ ਕਿ ਜੇ ਤੁਹਾਡਾ ਨਾਮ ਮੇਰੇ ਪਾਸ ਨਹੀਂ ਹੈ ਤੇ ਮੇਰੀ ਇਹ ਜ਼ਿੰਦਗੀ, ਮੇਰਾ ਇਹ ਜਿਹੜੇ ਸਵਾਸ ਜਿਹੜੇ ਨੇ ਕਿਸ ਕੰਮ ਦੇ ਨੇ। ਹਾਂਜੀ ਅੱਗੇ। ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਕਹਿੰਦੇ ਨੇ ਕਿ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀ ਦਾਮ, ਕਿ ਜਿਸ ਤਰ੍ਹਾਂ ਧੇਨ ਦੁੱਧੇ ਤੇ ਬਾਹਰੀ, ਇਸੇ ਤਰ੍ਹਾਂ ਹੀ ਜਲ ਦੇ ਬਿਨਾਂ ਕਹਿੰਦੇ ਕਿ ਜਿਸ ਤਰ੍ਹਾਂ ਜਿਹੜੀ ਫਸਲ ਹੈ ਉਹ ਵੀ ਜਿਹੜੀ ਹੈ ਬਰਬਾਦ ਹੁੰਦੀ ਹੈ, ਕਿਸੇ ਕੰਮ ਦੀ ਨਹੀਂ, ਉਹ ਕੋਈ ਵੀ ਉਹਦਾ ਫਾਇਦਾ ਨਹੀਂ ਹੁੰਦਾ, ਉਹਨੂੰ ਫਲ ਹੀ ਨਹੀਂ ਲੱਗਦਾ, ਉਹਨੂੰ ਉਸ ਚੀਜ਼ ਉੱਥੇ ਸੁੱਕ ਛੱਡ ਜਾਂਦੀ ਹੈ। ਇਸੇ ਤਰ੍ਹਾਂ ਹੀ ਸਤਿਗੁਰਾਂ ਦੇ ਬਚਨ, ਸਤਿਗੁਰਾਂ ਦੀ ਜਿਹੜੀ ਕਿਰਪਾ ਹੈ ਸਾਨੂੰ ਉਹ ਕੰਮ ਕਰਦੀ ਹੈ। ਜੇ ਸਾਨੂੰ ਉਹ ਮਿਲਦੀ ਹੈ, ਸਤਿਗੁਰਾਂ ਦਾ ਨਾਮ ਚੇਤੇ ਆਉਂਦਾ ਹੈ, ਤੇ ਇਹ ਜ਼ਿੰਦਗੀ ਜਿਹੜੀ ਹਰੀ ਭਰੀ ਹੈ। ਜੇ ਉਹ ਨਹੀਂ ਮਿਲਦਾ
ਤੇ ਇਹ ਸਭ ਕੁਝ ਪਾ ਕੇ ਵੀ ਇਹ ਰੁੱਖੀ ਸੁੱਖੀ ਹੈ, ਕੋਈ ਇਹਦਾ ਮੁੱਲ ਨਹੀਂ ਹੈ, ਕੋਈ ਇਹਦਾ ਦਾਮ ਨਹੀਂ ਹੈਗਾ ਕਿਸੇ ਚੀਜ਼ ਦਾ। ਹਾਂਜੀ ਅੱਗੇ। ਹਰ ਨਾ ਮਿਲਿਏ ਸਾਜਨੈ ਕਤ ਪਾਈਐ ਬਿਸਰਾਮ। ਜਿਤ ਕਰ ਹਰ ਕੰਤ ਨਾ ਪ੍ਰਗਟਈ ਪਠ ਨਗਰ ਸੇ ਗ੍ਰਾਮ। ਇਹ ਹੁਣ ਜਿਹਨੂੰ ਜਾਗ ਆ ਜਾਂਦੀ ਹੈ, ਜਿਹਨੂੰ ਪਤਾ ਚੱਲ ਜਾਂਦਾ ਆ ਆਪਣੇ ਘਾਟੇ ਦਾ, ਉਹੀ ਬੇਨਤੀ ਕਰ ਸਕਦਾ ਹੈ। ਜਿਹਨੂੰ ਪਤਾ ਹੀ ਨਾ ਹੋਵੇ ਇਸ ਤਰ੍ਹਾਂ, ਜਿਹਨੂੰ ਉਸ ਚੀਜ਼ ਦਾ ਵਿਛੋੜੇ ਦਾ ਪਤਾ ਹੀ ਨਾ ਹੋਵੇ, ਉਹ ਕਿਸ ਤਰ੍ਹਾਂ ਬੇਨਤੀ ਕਰੇ। ਜਿਸ ਤਰ੍ਹਾਂ ਮੈਂ ਪਹਿਲਾਂ ਮਿਸਾਲ ਦਿੱਤੀ ਕਿ ਘਰ 'ਚ ਕੁਛ ਗਵਾਚ ਜਾਏ, ਹੁਣ ਜਿਹਨੂੰ ਤਾਂ ਉਹਦੀ ਕੀਮਤ ਦਾ ਪਤਾ ਹੈ ਤੇ ਉਹ ਤੇ ਅਰਜ਼ ਕਰੇਗਾ। ਉਸ ਘਰ ਦੇ ਵਿੱਚ ਬੱਚੇ ਵੀ ਹੋਣ ਛੋਟੇ ਛੋਟੇ, ਉਹਨਾਂ ਨੂੰ ਉਸ ਚੀਜ਼ ਦਾ ਪਤਾ ਹੀ ਨਹੀਂ ਕੀਮਤ ਦਾ ਕਿ ਕੀ ਗਵਾਚਾ, ਉਹ ਕਿਉਂ ਅਰਜ਼ ਕਰਨਗੇ ਕਿਸੇ, ਉਹ ਕਿਉਂ ਬੇਨਤੀ ਕਰਨਗੇ। ਜਿਹਨੂੰ ਪਤਾ ਹੈ ਕਿ ਮੇਰੀ ਆਹ ਚੀਜ਼ ਗਵਾਚੀ ਹੈ, ਮੇਰੇ ਵਾਸਤੇ ਕਿੰਨੀ ਕੀਮਤੀ ਹੈ, ਉਹੀ ਬੇਨਤੀ ਕਰੇਗਾ, ਅਰਦਾਸ ਕਰੇਗਾ। ਇਸੇ ਤਰ੍ਹਾਂ ਉਹਨੇ ਫਰਮਾਇਆ ਕਿ ਹਰ ਨਾ ਮਿਲੀਏ ਸਾਜਨੇ ਕਤ ਪਾਈਏ ਬਿਸਰਾਮ। ਉਹ ਹਰੀ ਰੂਪੀ ਪਤੀ ਕਹਿੰਦੇ ਕਿ ਜੇ ਉਹ ਨਹੀਂ ਮਿਲਿਆ ਤੇ ਸਤਿਗੁਰੂ ਜੀ ਮੈਂ ਕਿਸ ਤਰ੍ਹਾਂ ਮੈਨੂੰ ਵਿਸ਼ਰਾਮ, ਕਿਸ ਤਰ੍ਹਾਂ ਮੈਨੂੰ ਚੈਨ ਆ ਸਕਦਾ ਹੈ। ਜਿਸ ਚੀਜ਼ ਵਾਸਤੇ ਅਸੀਂ ਆਏ ਹਾਂ ਉਹ ਚੀਜ਼ ਦੀ ਪ੍ਰਾਪਤੀ ਨਹੀਂ ਜੇ ਹੋਈ ਤੇ ਕਿਸ ਤਰ੍ਹਾਂ ਵਿਸ਼ਰਾਮ, ਕਿਸ ਤਰ੍ਹਾਂ ਆਏਗਾ, ਚੈਨ ਕਿਸ ਤਰ੍ਹਾਂ ਆਏਗਾ। ਔਰ ਇਹ ਸਾਡੀ ਜ਼ਿੰਦਗੀ 'ਚ ਅਸੀਂ ਜਦੋਂ ਦੇਖਦੇ ਹਾਂ ਤਾਂ ਮਹਿਸੂਸ ਹੁੰਦਾ, ਪਤਾ ਲੱਗਦਾ ਹੈ ਕਿ ਹਰ ਚੀਜ਼ ਮਿਲਦੀ ਪਈ ਹੈ। ਕੋਈ ਐਸਾ ਨਹੀਂ ਹੈ ਕਿ ਕੋਈ ਚੀਜ਼ ਕੋਈ ਐਸੀ ਹੈ ਕਿ ਜਿਹੜੀ ਸਾਨੂੰ ਮਿਲੀ ਨਹੀਂ ਅਜੇ ਤੱਕ। ਜੋ ਵੀ ਅਸੀਂ ਚਾਹੁੰਦੇ ਹਾਂ ਸਾਨੂੰ ਜ਼ਿੰਦਗੀ ਦੇ ਵਿੱਚ ਉਹ ਮਿਲਦਾ ਜਾ ਰਿਹਾ ਹੈ। ਭਾਵੇਂ ਅੱਗੇ ਲਿਸਟਾਂ ਵੱਧਦੀਆਂ ਜਾਂਦੀਆਂ ਨੇ, ਪਰ ਜੋ ਅਸੀਂ ਜਿਸ ਤਰ੍ਹਾਂ ਅਸੀਂ ਸੋਚਿਆ ਅੱਜ ਤੱਕ ਸੋਚਦੇ ਹਾਂ, ਉਹ ਟਾਈਮ ਪਾ ਕੇ ਸਾਨੂੰ ਮਿਲਦਾ ਜਾ ਰਿਹਾ ਹੈ। ਪਰ ਉਹ ਜਿਹੜਾ ਵਿਸ਼ਰਾਮ ਨਹੀਂ ਮਿਲਿਆ ਅਜੇ ਤੱਕ, ਚੈਨ ਉਹ ਜਿਹੜਾ ਨਹੀਂ ਆਇਆ। ਹਰ ਵੇਲੇ ਮਨ ਜਿਹੜਾ ਕਲਪਦਾ, ਹਰ ਵੇਲੇ ਜਿਹੜਾ ਇਹਦੇ ਅੰਦਰ ਧੁੱਕ ਧੁੱਕੀ ਲੱਗੀ ਹੈ। ਤੇ ਮੈਂ ਫਰਮਾਇਆ ਕਿ ਹਰ ਨਾ ਮਿਲੀਏ ਸਾਜਨੇ ਕਤ ਪਾਈਏ ਬਿਸਰਾਮ। ਜਿਤ ਕਰ ਹਰ ਕੰਤ ਨਾ ਪ੍ਰਗਟੀ। ਇਸ ਹਿਰਦੇ ਰੂਪੀ ਘਰ ਦੇ ਵਿੱਚ, ਜਿਸ ਦੇ ਇਹ ਹਿਰਦੇ ਦੇ ਵਿੱਚ ਉਹ ਹਰੀ ਦਾ ਵਾਸਾ ਨਹੀਂ, ਉਹਦੇ ਨਾਮ ਨਹੀਂ ਆਇਆ ਉਹਦਾ। ਤੇ ਉਹਨਾਂ ਨੇ ਫਰਮਾਇਆ ਕਿ ਉਹ ਕਿਸ ਤਰ੍ਹਾਂ ਹੈ ਕਿ ਜਿਸ ਕਰ ਹਰ ਕੰਤ ਨਾ ਪ੍ਰਗਟੀ ਭੱਠ ਨਗਰ ਸੇ ਗ੍ਰਾਮ। ਕਹਿੰਦੇ ਉਹਦੇ ਹਿਰਦੇ ਦੇ ਵਿੱਚ ਫਿਰ ਭੱਠੀ ਜਿਹੜੀ ਜਿਸ ਤਰ੍ਹਾਂ ਚੱਲਦੀ ਹੈ, ਭੱਠ ਜਿਹੜਾ ਵਾ ਹਰ ਵੇਲੇ ਐਂ ਧੁਖਦਾ ਰਹਿੰਦਾ ਹੈ, ਅੰਦਰ ਅੱਗ ਬਲਦੀ ਰਹਿੰਦੀ ਹੈ। ਕਹਿੰਦਾ ਉਹਦੀ ਤੇ ਫਿਰ ਇਹੋ ਹੀ ਹਾਲਤ ਹੈ। ਇਸ ਕਰਕੇ ਸਤਿਗੁਰਾਂ ਨੇ ਹਮੇਸ਼ਾ ਇਹਨੂੰ ਬਣਾਇਆ ਕਿ ਵਿਣ ਤੋਂ ਹੋਰ ਜੋ ਮੰਗਣਾ ਸਿਰ ਦੁੱਖਾਂ ਕੇ ਦੁੱਖ। ਪਰ ਸਮਝ ਨਹੀਂ ਲੱਗਦੀ ਇਸ। ਸੁਣਦੇ ਹਾਂ ਜ਼ਰੂਰ, ਪੜ੍ਹਦੇ ਹਾਂ ਜ਼ਰੂਰ, ਪਰ ਕਦੀ ਉਸ ਚੀਜ਼ ਨੂੰ ਅੰਦਰ ਵਸਾਉਂਦੇ ਨਹੀਂ ਕਿ ਸਤਿਗੁਰਾਂ ਦੇ ਵਚਨ ਕਿ ਉਹਨਾਂ ਨੇ ਜਿਹੜੇ ਫਰਮਾਏ ਨੇ ਉਹ ਸੱਚ ਹੈ। ਵਿਸ਼ਵਾਸ ਆਉਂਦਾ ਹੀ ਨਹੀਂ ਉਹਨਾਂ ਦੇ। ਬੇਨਤੀਆਂ ਹੋਰ ਕਰੀ ਜਾਵਾਂਗੇ, ਬਾਕੀ ਸਭ ਕੁਝ ਕਰਾਂਗੇ, ਪਰ ਜਿਹੜੀ ਆਪਣੀ ਬੇਨਤੀ ਉਹ ਕਦੀ ਨਹੀਂ ਕੀਤੀ। ਇਹਨੂੰ ਚੈਨ ਨਹੀਂ, ਸਭ ਕੁਝ ਇਹਦੇ ਪਾਸ ਹੋਏਗਾ ਪਰ ਚੈਨ ਨਹੀਂ ਹੋਏਗਾ। ਜਿਹੜੀਆਂ ਚੀਜ਼ਾਂ ਮੰਗਦੇ ਆ ਕਰਦੇ ਆ ਉਹ ਮਿਲ ਵੀ ਜਾਣਗੀਆਂ ਤੇ ਭਾਈ ਉਹਦੇ ਨਾਲ ਸਦਾ ਦੇ ਵਾਲਾ ਚੈਨ ਤਾਂ ਨਹੀਂ ਆਉਂਦਾ। ਪਰ ਜੇ ਸਦਾ ਵਾਲਾ ਜਿਸ ਤਰ੍ਹਾਂ ਸਤਿਗੁਰਾਂ ਦਾ ਨਾਮ ਮਿਲ ਗਿਆ, ਉਹ ਅੰਦਰ ਵਸ ਗਿਆ, ਤੇ ਫਿਰ ਬਾਕੀ ਚੀਜ਼ਾਂ ਨਹੀਂ ਵੀ ਹੋਣਗੀਆਂ ਤੇ ਇਹਦੇ ਅੰਦਰ ਉਹ ਵੀ ਹਰ ਵੇਲੇ ਸ਼ਾਂਤੀ ਰਹੇਗੀ। ਤੇ ਮੈਂ ਫਰਮਾਇਆ ਕਿ ਜਿਤ ਘਰ ਹਰ ਕੰਤ ਨਾ ਪ੍ਰਗਟੀ ਭੱਠ ਨਰਗਰ ਸੁਗਰਾਮ। ਕਿ ਉਹ ਤੇ ਬਈ ਜਿਹੜਾ ਸ਼ਹਿਰ ਜਾਂ ਪਿੰਡ ਜਾਂ ਜੋ ਵੀ ਹੈ, ਕਹਿੰਦੇ ਉੱਥੇ ਤੇ ਹਮੇਸ਼ਾ ਅੱਗ ਲੱਗੀ ਰਹੇਗੀ। ਉਹ ਤਾਂ ਭੱਠੀ ਵਾਂਗੂ ਹੀ ਹਮੇਸ਼ਾ ਤਪਦਾ ਹੀ ਰਹੇਗਾ, ਜਿਸ ਕਰ ਹਰ ਕੰਤ ਜਿਹੜਾ ਹਰੀ ਰੂਪੀ ਪਤੀ ਜਿਹਦੇ ਅੰਦਰ ਨਹੀਂ ਵਸਿਆ। ਹਾਂਜੀ। ਸਰਬ ਸਿਗਾਰ ਤੋ ਬੋਲ ਰਸ ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸਜਣ ਸਭ ਜਾਮ। ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੇ ਨਾਮ। ਹਰ ਮੇਲੋ ਸੁਆਮੀ ਸੰਗ
जिसका निश्चल धाम। फरमाया कि सर्ब सिंगार तंबोल रस सन देही सब खाम। ਇਹ ਜਿੰਨੀਆਂ ਵੀ ਚੀਜ਼ਾਂ ਨੇ, ਜਿੰਨੀਆਂ ਵੀ ਚੀਜ਼ਾਂ ਦੇ ਅਸੀਂ ਰਸ ਲੈਂਦੇ ਹਾਂ, ਕੀ ਇਹਦੇ ਨਾਲ ਜੀਵਨ ਦੇ ਵਿੱਚ ਕਦੀ ਰਸ ਆਇਆ? ਕਦੀ ਉਹ ਕਮੀ ਦੂਰ ਹੋਈ? ਬਾਹਰਲੇ ਰਸਾਂ ਨੂੰ ਚਾਹੇ ਕਈ ਵੀ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਤੰਬੋਲ ਰਸ ਸਰਬ ਸਿੰਗਾਰ, ਜੋ ਵੀ ਅਸੀਂ ਸਿੰਗਾਰ ਕਰਦੇ ਆ, ਚਾਹੇ ਉਹ ਪਾਨ ਤੰਬਾਕੂ ਕੋਈ ਚੀਜ਼ਾਂ ਅਸੀਂ ਖਾਂਦੇ ਹਾਂ ਜੀਭ ਦੇ ਰਸ ਵਾਸਤੇ, ਕੀ ਕਹਿੰਦੇ ਕਿ ਇਹਦੇ ਨਾਲ ਉਹ ਨਸ਼ਾ ਆਇਆ ਕਦੀ ਕਿ ਜਿਹੜਾ ਬਾਕੀ ਦੁੱਖਾਂ ਨੂੰ ਭੁਲਾ ਦੇਵੇ ਸਾਰਿਆਂ ਨੂੰ? ਨਹੀਂ, ਕਹਿੰਦੇ ਕਿਸੇ ਚੀਜ਼ ਨਾਲ ਵੀ ਉਹ ਚੀਜ਼ ਨਹੀਂ ਹੁੰਦੀ। ਸਰਬ ਸਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੋਣੀਆਂ ਮੀਤ ਸੱਜਣ ਸਭ ਜਾਮ। ਕਹਿੰਦੇ ਜਦੋਂ ਤੱਕ ਉਹ ਪ੍ਰਭੂ ਰੂਪੀ ਜਿਹੜਾ ਕੰਤ ਆ ਇਹਨੂੰ ਨਹੀਂ ਮਿਲੇਗਾ ਤੇ ਇਹਦੇ ਜਿਹੜੇ ਬਾਕੀ ਰਿਸ਼ਤੇਦਾਰੀਆਂ ਜਾਂ ਜੋ ਵੀ ਬਾਕੀ ਚੀਜ਼ਾਂ ਨੇ, ਸਭ ਮੀਤ ਮਿੱਤਰ ਜਿਹੜੇ ਨੇ, ਕਹਿੰਦੇ ਉਹ ਵੀ ਇਹਨੂੰ ਜਾਮੀ ਲੱਗਦੇ ਨੇ। ਜਮਾਂ ਵਾਂਗੂ ਹੀ ਇਹਨੂੰ ਬਸ ਮਾਸ ਨੋਚਦੇ ਆ, ਉਦੋਂ ਤੱਕ ਇਹਨੂੰ ਚੈਨ ਨਹੀਂ ਕੋਈ ਦੇ ਸਕਦਾ ਕਿਸੇ ਤਰ੍ਹਾਂ। ਪਤੀ ਵਾਸਤੇ, ਪਤਨੀ ਵਾਸਤੇ ਜੇ ਉਹਦਾ ਪਤੀ ਕੋਲ ਨਹੀਂ, ਬਾਕੀ ਜਿੰਨੇ ਮਰਜ਼ੀ ਉਹਨੇ ਸ਼ਿੰਗਾਰ ਕੀਤੇ ਹੋਣ, ਜੇ ਉਹਦਾ ਪ੍ਰੀਤਮ ਉਹਦੇ ਕੋਲ ਨਹੀਂ ਹੈ ਤੇ ਬਾਕੀਆਂ ਨਾਲ ਗੱਲਬਾਤ ਕਰਨੀ ਜਾਂ ਕੋਈ ਵੀ ਆ ਉਹਨੂੰ ਕੋਈ ਚੰਗੀ ਨਹੀਂ ਲੱਗਦੀ। ਉਹ ਖੁਸ਼ੀ ਉਹਦੇ ਕੋਲ ਹੈ ਤੇ ਫਿਰ ਬਾਕੀ ਚੀਜ਼ਾਂ 'ਚੋਂ ਵੀ ਖੁਸ਼ੀ ਮਿਲਦੀ ਆ, ਫਿਰ ਬਾਕੀਆਂ ਨਾਲ ਸੱਜਣਾ ਮਿੱਤਰਾਂ ਨਾਲ ਵੀ ਮਿਲ ਕੇ ਉਹਨੂੰ ਖੁਸ਼ੀ ਪ੍ਰਤੀਤ ਹੁੰਦੀ ਹੈ। ਪਰ ਜੇ ਪ੍ਰੀਤਮ ਪਾਸ ਨਹੀਂ ਹੈ ਤੇ ਫਿਰ ਉਹ ਵੀ ਜਿਹੜੇ ਮਿੱਤਰ ਨੇ, ਜਿਹੜੇ ਜੋ ਵੀ ਰਿਸ਼ਤੇਦਾਰ ਨੇ, ਉਹ ਵੀ ਉਹਨੂੰ ਕਹਿੰਦੇ ਜਮਾਂ ਦੀ ਤਰ੍ਹਾਂ ਲੱਗਦੇ ਨੇ। ਤੇ ਮੈਂ ਕਿ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੇ ਨਾਮ। ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰੋ ਮੇਰੇ ਤੇ। ਕੀ ਬੇਨਤੀ ਹੈ ਮੇਰੀ? ਕਿ ਉਹ ਜਿਹੜਾ ਨਾਮ ਤੁਸੀਂ ਮੈਨੂੰ ਬਖਸ਼ ਦਿਓ, ਕਿਰਪਾ ਕਰ ਦੀਜੇ ਨਾਮ। ਹੋਰ ਨਹੀਂ ਕੁਛ ਮੰਗਿਆ, ਕਿਉਂਕਿ ਪਤਾ ਚੱਲ ਗਿਆ ਕਿ ਠੰਡ ਹੋਰ ਕਿਸੇ ਚੀਜ਼ ਨਾਲ ਨਹੀਂ ਪੈਣੀ ਹੈਗੀ। ਕਹਿ ਕਿ ਵਿਣ ਤੁਧ ਹੋਰ ਜੋ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਕਿਉਂਕਿ ਇਹ ਮਨ ਜਿਹੜਾ ਭਜਾਈ ਫਿਰਦਾ ਪਿਆ ਇਹ ਭੁੱਖਾ ਤੇ ਇਹ ਹੈ, ਇਹਨੂੰ ਇਹਦੀਆਂ ਤ੍ਰਿਸ਼ਨਾ ਨਹੀਂ ਖਤਮ ਹੁੰਦੀਆਂ। ਤੇ ਉਹ ਸਿਰਫ ਉਹਨਾਂ ਨੇ ਦੱਸਿਆ ਕਿ ਨਾਮ ਦੇ ਨਾਲ ਹੀ ਇਹਨੂੰ ਠੰਡ ਪੈਣੀ ਹੈ। ਨਾਮ ਵੇਲੇ ਮਨ ਤ੍ਰਿਪਤੀ ਹੈ, ਬਿਨ ਨਾਮੇ ਤ੍ਰਿਗ ਜੀਵਾਸ। ਜਦੋਂ ਤੱਕ ਸਤਿਗੁਰਾਂ ਦਾ ਨਾਮ ਇਹਦੇ ਅੰਦਰ ਨਹੀਂ ਜਾਗਦਾ, ਉਦੋਂ ਤੱਕ ਇਹਨੂੰ ਕੋਈ ਉਸ ਚੀਜ਼ ਦਾ ਚੈਨ ਨਹੀਂ। ਤੇ ਕਿ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੇ ਨਾਮ, ਹਰ ਮੇਲੋ ਸੁਆਮੀ ਸੰਗ ਪ੍ਰਭੂ ਜਿਸ ਕਾ ਨਿਸ਼ਚਲਤਾ। ਕਿਉਂਕਿ ਹੁਣ ਜਿਹੜੇ ਬਚਨ ਫਰਮਾਏ ਉਹਨਾਂ ਨੇ, ਪਿੱਛੇ ਵੀ ਸਤਿਗੁਰਾਂ ਦੇ ਬਚਨ ਆਏ ਸੀ ਕਿ ਸਤਿਗੁਰ ਕਾ ਨਾਮ ਪੁਕਾਰੋ, ਸਤਿਗੁਰ ਕੋ ਹੀਰੇ ਧਾਰੋ, ਸਤਿਗੁਰ ਕਾ ਨਾਮ ਪੁਕਾਰੋ। ਹੁਣ ਇੱਥੇ ਵਚਨ ਆਏ ਨੇ ਕਿ ਹਰ ਮੇਲੋ ਸੁਆਮੀ ਸੰਗ ਪ੍ਰਭੂ। ਕਿਹਦੇ ਨਾਲ ਮਿਲਾਉਣਾ ਹੈ, ਕਿਹਦਾ ਸੰਗ ਕਰਵਾਉਣਾ ਹੈ? ਕਿ ਜਿਸ ਕਾ ਨਿਸ਼ਚਲਤਾ। ਨਾਮ ਬਹੁਤ ਨੇ ਇੱਥੇ, ਬੜੀਆਂ ਚੀਜ਼ਾਂ ਦੇ ਨਾਮ ਨੇ, ਜਿੰਨੀਆਂ ਚੀਜ਼ਾਂ ਅਸੀਂ ਦੇਖ ਰਹੇ ਹਰ ਇੱਕ ਦਾ ਕੋਈ ਨਾ ਕੋਈ ਨਾਮ ਹੈ। ਪਰ ਜਿਹੜੇ ਨਾਮ ਦੀ ਸਤਿਗੁਰ ਗੱਲ ਕਰ ਰਹੇ ਨੇ ਉਹ ਇਹਦੇ ਨਾਲੋਂ ਵੱਖਰਾ ਹੈ। ਇਹ ਸਭ ਕੁਝ ਜੋ ਕੁਝ ਅਸੀਂ ਬਾਹਰ ਦੇਖਦੇ ਪਏ, ਜਿੰਨੀਆਂ ਚੀਜ਼ਾਂ ਦੇ ਨਾਮ ਨੇ, ਇਹ ਸਭ ਫਨਾ ਹੋਣ ਵਾਲੇ ਨੇ। ਪਰ ਉਹਦਾ ਨਾਮ ਜਿਹੜਾ ਆ ਉਹ ਵਿਸਰਨ ਵਾਲਾ ਨਹੀਂ ਹੈਗਾ, ਉਹ ਹਮੇਸ਼ਾ ਹੀ ਰਹਿਣ ਵਾਲਾ ਹੈ। ਤੇ ਉਹੀ ਬੇਨਤੀ ਕੀਤੀ ਕਿ ਸਤਿਗੁਰੂ ਦਇਆ ਕਰੋ ਮੈਨੂੰ ਉਹ ਨਿਸ਼ਚਲ ਧਾਮ, ਨਿਸ਼ਚਲ ਉਹ ਜਿਹੜਾ ਧਾਮ ਆਪਣਾ ਜਿਹੜਾ ਬਖਸ਼ੋ ਕਿ ਜਿਹੜਾ ਕਦੇ ਵੀ ਨਾਸ਼ ਹੋਣ ਵਾਲਾ ਨਹੀਂ। ਉਹ ਨਾਮ ਬਖਸ਼ੋ ਜਿਹੜਾ ਕਦੇ ਵੀ ਮਿਟਣ ਵਾਲਾ ਨਹੀਂ। ਮੈਨੂੰ ਐਸਾ ਭਰੋਸਾ ਬਖਸ਼ੋ ਜਿਹੜਾ ਕਦੀ ਵੀ ਫਿਰ ਟੁੱਟੇ ਨਾ ਬਾਅਦ ਦੇ ਵਿੱਚ। ਐਸਾ ਨਿਸ਼ਚਲ ਧਾਮ ਜਿਹੜਾ, ਨਹੀਂ ਤੇ ਮਿਲਦਾ ਹੈ ਜਿਸ ਤਰ੍ਹਾਂ ਸੰਸਾਰੀ ਚੀਜ਼ਾਂ ਜਿਸ ਤਰ੍ਹਾਂ ਹੁੰਦੀਆਂ ਨੇ, ਮਿਲਦੀਆਂ ਨੇ ਤੇ ਚਲ ਜਾਂਦੀਆਂ ਨੇ, ਇਸੇ ਤਰ੍ਹਾਂ ਦਾ ਸਾਡੇ ਭਰੋਸੇ ਜਿਹੜੇ ਕੱਚੇ ਨੇ, ਕਈ ਵਾਰੀ ਬਣਦਾ ਹੈ, ਕਈ ਵਾਰੀ ਟੁੱਟਦਾ ਹੈ। ਤਾਂ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਸਤਿਗੁਰੂ ਜੀ ਦਇਆ ਕਿਰਪਾ ਕਰੋ, ਐਸਾ ਭਰੋਸਾ ਬਖਸ਼ੋ ਕਿ ਜਿਹੜਾ ਕਦੀ ਵੀ ਫਿਰ ਵਿਛੜੇ ਨਾ ਮੇਰੇ ਤੋਂ। ਇਹ ਸਤਿਗੁਰਾਂ ਨੇ ਪਹਿਲਾਂ, ਉਸ ਤੋਂ ਪਹਿਲਾਂ 12 ਮਾਹ ਤੋਂ ਪਹਿਲਾਂ ਜਿਹੜੀ ਬੇਨਤੀ ਕੀਤੀ, ਅਰਦਾਸ ਕੀਤੀ। ਹੁਣ ਅੱਗੇ ਜਿਹੜਾ ਜੀਵਨ ਕਿਸ ਤਰ੍ਹਾਂ ਦਾ ਸਾਡਾ ਹੋਣਾ ਚਾਹੀਦਾ ਹੈ, ਕੀ ਅਸੀਂ ਕਰਨਾ ਹੈ, ਹਰ ਇੱਕ ਮਹੀਨੇ ਦੇ ਵਿੱਚ ਉਹਨਾਂ ਨੇ ਅਲੱਗ ਇੱਕ ਸੰਦੇਸ਼ ਦਿੱਤਾ ਹੈ, ਬੜੇ ਪ੍ਰੇਮ ਦੇ ਨਾਲ। ਉਹ ਵੀ ਦੇਖੀਏ ਕਿ ਸਤਿਗੁਰੂ ਕੀ ਫਰਮਾ ਰਹੇ। ਹਾਂਜੀ। ਚੇਤ ਗੋਵਿੰਦ ਅਰਾਧਿਆ, ਹੋਵੇ ਆਨੰਦ ਗਣਾ। ਹੁਣ ਸਤਿਗੁਰਾਂ ਨੇ ਵਚਨ ਫਰਮਾਇਆ ਕਿ ਚੇਤ ਗੋਬਿੰਦ ਅਰਾਧੀਏ।
ਚੇਤ ਦਾ ਮਹੀਨਾ ਸ਼ੁਰੂ ਹੋਇਆ ਹੈ ਤੇ ਬਈ ਉਹਨਾਂ ਨੇ ਕਿਹਾ ਕਿ ਕੀ ਕਰਨਾ ਇਹਦੇ ਵਿੱਚ ਗੋਬਿੰਦ ਆਰਾਧੀਏ ਕਿ ਆਪਣੇ ਸਤਿਗੁਰਾਂ ਦਾ ਨਾਮ ਜਿਹੜਾ ਜਪੋ। ਪਰ ਮਨ ਦੇ ਵਿੱਚ ਵਾਕਈ ਇੱਕ ਹੁੰਦਾ ਹੈ ਕਿ ਕੀ ਮਿਲੇ, ਕਿਉਂਕਿ ਅਸੀਂ ਹਰ ਇੱਕ ਚੀਜ਼ 'ਚ ਪਹਿਲਾਂ ਸੌਦੇਬਾਜ਼ੀ ਕਰਦੇ ਹਾਂ। ਕੋਈ ਵੀ ਕੰਮ ਹੋਵੇ ਇਹਦੇ ਨਾਲ ਕੀ ਹੋਏਗਾ, ਜੇ ਮੈਂ ਆਹ ਕੰਮ ਕਰਾਂਗਾ ਤਾਂ ਕੀ ਹੋਏਗਾ, ਜੇ ਆਹ ਕੰਮ ਕਰਾਂਗਾ ਤਾਂ ਮੈਨੂੰ ਕੀ ਮਿਲੇਗਾ, ਸਵਾਲ ਮਨ 'ਚ ਉੱਠਦਾ ਹੈ। ਤੁਹਾਨੂੰ ਮੈਂ ਕਿ ਚੇਤ ਗੋਬਿੰਦ ਆਰਾਧੀਏ, ਇਸ ਮਹੀਨੇ ਦੇ ਵਿੱਚ ਜਿਹੜਾ ਸਾਨੂੰ ਹੁਕਮ ਆ ਕਿ ਵੀ ਆਪਣੇ ਸਤਿਗੁਰਾਂ ਦੀ ਆਰਾਧਨਾ ਕਰੀਏ। ਤੇ ਮਿਲੇਗਾ ਕਿ ਜੇ ਅਸੀਂ ਸਤਿਗੁਰਾਂ ਦਾ ਬਚਨ ਮੰਨਦੇ ਹਾਂ ਤੇ ਕੀ ਮਿਲੇਗਾ, ਹੋਏ ਆਨੰਦ ਘਣਾ। ਕਿਉਂਕਿ ਹਰ ਕੋਈ ਦੁਨੀਆ ਤੇ ਐਸਾ ਬੰਦਾ ਕੋਈ ਵੀ ਨਹੀਂ ਹੈ ਕਿ ਜਿਹੜਾ ਕਹਿੰਦਾ ਹੋਵੇ ਕਿ ਮੈਨੂੰ ਦੁੱਖ ਮਿਲੇ। ਕੋਈ ਨਹੀਂ ਕਹਿੰਦਾ ਕਿ ਮੈਨੂੰ ਮੁਸੀਬਤ ਮਿਲੇ, ਮੈਨੂੰ ਘਾਟਾ ਮਿਲੇ। ਹਰ ਕੋਈ ਚਾਹੁੰਦਾ ਹੈ ਕਿ ਇਹ ਕਿ ਮੈਨੂੰ ਖੁਸ਼ੀ ਮਿਲੇ, ਮੈਨੂੰ ਆਨੰਦ ਮਿਲੇ। ਪਰ ਹਰ ਇੱਕ ਕੰਮ ਵਾਸਤੇ ਇੱਕ ਰਸਤਾ ਹੁੰਦਾ ਹੈ। ਹੁਣ ਜੋ ਸਤਿਗੁਰ ਰਸਤਾ ਦੱਸ ਰਹੇ ਨੇ ਉਹਦੇ 'ਤੇ ਅਸੀਂ ਚੱਲਣਾ ਹੈ। ਪਹਿਲਾਂ ਬੇਨਤੀ ਉਹਨਾਂ ਨੇ ਪਿੱਛੇ ਕਰ ਦਿੱਤੀ ਸਾਰੀ ਕਿ ਸਤਿਗੁਰਾਂ ਦੇ ਕਿਰਪਾ ਦੇ ਨਾਲ ਹੀ ਹੋਣਾ ਹੈ ਸਭ ਕੁਛ, ਪਰ ਕਰਮ ਕਰਨਾ ਜਿਹੜਾ ਆ ਉਹ ਸਾਡਾ ਫਰਜ਼ ਹੈ, ਸਾਡਾ ਫਰਜ਼ ਹੈ ਜਿਹੜਾ। ਤੇ ਉਹਨਾਂ ਨੇ ਫਰਮਾਇਆ ਕਿ ਚੇਤ ਗੋਬਿੰਦ ਆਰਾਧੀਏ ਹੋਵੇ ਆਨੰਦ ਘਣਾ, ਕਿ ਬਈ ਇਸ ਮਹੀਨੇ ਦੇ ਵਿੱਚ ਸਤਿਗੁਰਾਂ ਦਾ ਨਾਮ ਆਰਾਧੀਏ। ਭੁੱਲੀਏ ਨਾ ਕਦੀ ਇੱਕ ਮਿੰਟ ਵਾਸਤੇ ਵੀ ਉਹਨੂੰ ਨਾਮ ਭੁੱਲੀਏ। ਤੇ ਬਈ ਉਹ ਜਦੋਂ ਅਸੀਂ ਉਹਦਾ ਨਾਮ ਜਪਾਂਗੇ ਤੇ ਬਈ ਉਹਨਾਂ ਦੀ ਦਇਆ ਕਿਰਪਾ ਜ਼ਰੂਰ ਹੋਏਗੀ। ਕਿਉਂਕਿ ਜਿਸ ਤਰ੍ਹਾਂ ਅਸੀਂ ਬਾਹਰ ਗੱਲ ਕਰਦੇ ਹਾਂ, ਕਿਉਂਕਿ ਕਈ ਵਾਰੀ ਮਨ 'ਚ ਉੱਠਦਾ ਕਿ ਬਈ ਨਾਮ ਜਪਣ ਨਾਲ ਕੀ ਹੋਏਗਾ। ਗੱਲ ਉਹਦੀ ਨਹੀਂ, ਗੱਲ ਇਹ ਕਿ ਸਤਿਗੁਰਾਂ ਦਾ ਬਚਨ ਹੈ। ਗੁਰੂ ਮਹਾਰਾਜ ਜੀ ਨੇ ਬਾਬਾ ਜੀ ਨੇ ਫਰਮਾਇਆ ਕਿ ਬਈ ਜੋ ਵੀ ਸਤਿਗੁਰ ਬਚਨ ਕਰਦੇ ਨੇ ਉਹਨਾਂ ਨੂੰ ਸ਼ਬਦਾਂ ਨੂੰ ਜਾਂ ਉਹਨਾਂ ਦੀਆਂ ਬਾਕੀ ਚੀਜ਼ਾਂ ਨੂੰ ਉਹਨਾਂ ਦੇਖੀ ਕਿੱਥੇ ਹੋਇਆ, ਕਿੱਦਾਂ ਹੋਇਆ, ਕੀ ਸ਼ਬਦ ਦਿੱਤਾ, ਕਿ ਜੋ ਉਹਨਾਂ ਨੇ ਵਚਨ ਫਰਮਾਇਆ, ਜੋ ਉਹਨਾਂ ਨੇ ਸਾਨੂੰ ਗੁਰੂ ਮੰਤਰ ਦਿੱਤਾ ਹੈ ਬਈ ਉਹ ਸਾਡੇ ਪਾਰ ਉਤਾਰੇ ਵਾਸਤੇ ਸਮਰੱਥ ਹੈ। ਲੇਕਿਨ ਕਈ ਵਾਰੀ ਹੁੰਦਾ ਹੈ ਕਿ ਨਹੀਂ, ਹੁਣ ਜਿਸ ਤਰ੍ਹਾਂ ਕੋਈ ਨੂੰ ਕੋਈ ਦੁੱਖ ਹੀ ਹੈ, ਉਹ ਕਹਿੰਦਾ ਕਿ ਨਾਮ ਜਪਣ ਨਾਲ ਕੀ ਹੋਏਗਾ ਜੀ। ਨਹੀਂ, ਜਿਸ ਤਰ੍ਹਾਂ ਅਸੀਂ ਬਾਹਰੋਂ ਅਸੀਂ ਕੋਈ ਪੌਦਾ ਹੀ ਹੈ, ਹੁਣ ਬੂਟਾ ਕੋਈ, ਤੇ ਉਹਨੂੰ ਅਸੀਂ ਦੇਖਦੇ ਹਾਂ, ਕੋਈ ਫਲ ਤੋੜਦੇ ਹਾਂ ਉਹਦੇ ਵਿੱਚ ਵੀ ਪਾਣੀ ਹੈ, ਟਹਿਣੀ ਤੋੜਦੇ ਹਾਂ ਉਹਦੇ ਵਿੱਚ ਵੀ ਪਾਣੀ ਹੈ, ਉਹਦਾ ਪੱਤਾ ਤੋੜਦੇ ਹਾਂ ਉਹਦੇ ਵਿੱਚ ਵੀ ਪਾਣੀ ਹੈ। ਤੇ ਕੀ ਉਹਦੇ ਪੱਤੇ ਦੇ ਵਿੱਚ ਕੋਈ ਇੰਜੈਕਸ਼ਨਾਂ ਨਾਲ ਪਾਣੀ ਭਰਿਆ, ਕੋਈ ਉਹਦੀ ਟਹਿਣੀ ਦੇ ਵਿੱਚ ਪਾਣੀ ਜਿਹੜਾ ਅਸੀਂ ਇੰਜੈਕਸ਼ਨਾਂ ਨਾਲ ਭਰਿਆ ਗਿਆ? ਨਹੀਂ, ਸਿਰਫ ਉਹਦੀ ਜੜ੍ਹਾਂ ਦੇ ਵਿੱਚ ਪਾਣੀ ਪਾਇਆ ਗਿਆ। ਜੜ੍ਹ ਦੇ ਵਿੱਚ ਉਹਦੇ ਪਾਣੀ ਪਾਇਆ ਗਿਆ ਤੇ ਆਪਣੇ ਆਪ ਹੀ ਹਰ ਇੱਕ ਤਣੇ ਦੇ ਵਿੱਚ, ਉਹਦੇ ਪੱਤੇ ਦੇ ਵਿੱਚ, ਉਹਦੇ ਫਲ ਦੇ ਵਿੱਚ, ਹਰ ਥਾਂ ਤੇ ਉਹ ਜਿਹੜਾ ਪਹੁੰਚ ਗਿਆ। ਇਸੇ ਤਰ੍ਹਾਂ ਹੀ ਜਿਸ ਜ਼ੁਬਾਨ ਨਾਲ ਜਿਹੜੀ ਸਾਨੂੰ ਮਿਲੀ, ਜਿਸ ਤਰ੍ਹਾਂ ਸ਼ਬਦ ਬੋਲਿਆ ਸੀ ਕਿ ਸਤਿਗੁਰ ਤੈਨੂੰ ਜੀਭਾ ਦਿੱਤੀ, ਇਹ ਕਾਹਦੇ ਵਾਸਤੇ ਦਿੱਤੀ ਹੈ? ਇਹ ਉਸੇ ਸਤਿਗੁਰਾਂ ਦੇ ਜਾਪ ਕਰਨ ਵਾਸਤੇ। ਜੇ ਅਸੀਂ ਉਹ ਕਰਾਂਗੇ ਤੇ ਬਈ ਉਹਦੇ ਕਰਦਿਆਂ ਕਰਦਿਆਂ ਸਰੀਰ ਦੇ ਹਰ ਇੱਕ ਕੋਨੇ ਤੱਕ, ਇਹਦੇ ਹਿਰਦੇ ਵਿੱਚ, ਇਹਦੇ ਮਸਤਕ ਵਿੱਚ, ਹਰ ਜਗ੍ਹਾ ਹੀ ਉਹ ਨਾਮ ਪਹੁੰਚੇਗਾ। ਕੋਈ ਵੱਖਰਾ ਨਹੀਂ, ਕੋਈ ਕਿਸੇ ਤਰ੍ਹਾਂ ਦਾ ਹੋਰ ਕੋਈ ਸਾਧਨ। ਇਸ ਕਰਕੇ ਸਤਿਗੁਰਾਂ ਨੇ ਕਈ ਤਰ੍ਹਾਂ ਜਗ੍ਹਾ ਦੇ ਉੱਤੇ ਬਈ ਉਹਦੀ ਮਹਿਮਾ ਕੀਤੀ ਕਿ ਨਹੀਂ, ਜੋ ਸਤਿਗੁਰਾਂ ਨੇ ਵਚਨ ਫਰਮਾਇਆ, ਜੋ ਸਾਧਨ ਉਹਨਾਂ ਨੇ ਦੱਸਿਆ ਹੈ ਅਸੀਂ ਉਹ ਕਰੀਏ, ਕਿੰਤੂ ਪਰੰਤੂ ਕਰਨਾ ਜਿਹੜਾ ਛੱਡ ਦੇਈਏ। ਮੈਂ ਕਈ ਵਾਰੀ ਦੱਸਦਾ ਹੈ ਕਿ ਅਜੇ ਤੱਕ ਸਾਨੂੰ ਸਤ ਵਚਨ ਕਰਨ ਦੀ ਆਦਤ ਨਹੀਂ ਪਈ। ਮੈਂ ਹਰ ਸਤਸੰਗ 'ਚ ਬੇਨਤੀ ਕਰਦਾ ਰਹਿੰਦਾ, ਪਰ ਸਿਰਫ ਇੱਥੋਂ ਤੱਕ ਹੀ ਉਹ ਚੀਜ਼ ਰਹਿ ਜਾਂਦੀ ਹੈ। ਕੁਝ ਬੱਚੇ ਹੁੰਦੇ ਨੇ ਜਿਹੜੇ ਬੜੇ ਭਾਗ ਵਾਲੇ, ਜਿਹੜੇ ਉਸ ਨੂੰ ਫਿਰ ਉਹ ਆਪਣੇ ਉੱਤੇ ਹੰਢਾਉਂਦੇ ਨੇ। ਨਹੀਂ ਤੇ ਇੱਥੋਂ ਬਾਹਰ ਨਿਕਲਣ ਦੀ ਦੇਰ ਹੀ ਬਸ ਫਿਰ ਉਹੀ ਚੀਜ਼ਾਂ ਜਿਹੜੀਆਂ ਫਿਰ ਸ਼ੁਰੂ ਹੋ ਜਾਂਦੀਆਂ। ਮਨ ਜਿਹੜਾ ਆ ਵਗਾ ਵਗਾ ਕੇ ਜਿੱਦਾਂ ਮਾਰਦਾ ਹੈ। ਬਾਹਰ ਗੁਰੂ ਮਹਾਰਾਜ ਜੀ ਦੇ ਸਤਸੰਗ ਹੁੰਦੇ ਨੇ, ਜਾਂ ਕਿਤੇ ਕੁਛ ਨਾ ਕੁਛ, ਕੋਈ ਨਾ ਕੋਈ ਬੈਠਦੇ ਨੇ ਸੇਵਾਦਾਰ ਬੱਚੇ, ਜਿਹਨੂੰ ਉਹ ਕਹਿੰਦੇ ਨੇ ਕਿ ਅਸੀਂ ਮੀਟਿੰਗ ਕੀਤੀ, ਅਸੀਂ ਜਾਂ ਕੁਛ, ਉਹਦੇ ਵਿੱਚ ਵੀ ਕੋਈ ਸਤਿਗੁਰਾਂ ਦੇ ਸੇਵਾ ਬਾਰੇ ਹੀ ਕੋਈ ਗੱਲਬਾਤ ਹੁੰਦੀ ਹੈ। ਜਾਂ ਬਾਹਰ ਸ਼ਹਿਰਾਂ ਦੇ ਵਿੱਚ ਸਤਸੰਗ ਹੁੰਦੇ। ਕਈ ਵਾਰ ਕੀ ਹੁੰਦਾ ਹੈ ਕਿ ਦੇਖੋ, ਬੜੀ ਵਾਰ ਦੱਸਿਆ ਗਿਆ ਹੈ ਕਿ ਗੱਲ ਇਹ ਨਹੀਂ ਹੈ ਕਿ ਸਾਡਾ ਕੁਛ ਕਹਿੰਦੇ ਸਤਸੰਗ ਸੁਣਨਾ ਹੀ ਬੜੇ ਕੋਈ ਗਿਆਨੀ ਧਿਆਨੀ ਹੋ ਜਾਣਾ, ਬੜਾ ਕੁਛ ਹੋ ਜਾਣਾ ਹੈ, ਸਾਡੇ ਸੇਵਾ ਕਰਨ ਦੇ ਨਾਲ ਬੜਾ ਕੁਛ ਹੋ ਜਾਣਾ ਹੈ। ਨਹੀਂ, ਕਿਉਂਕਿ ਉਹਨੇ ਪਹਿਲੇ ਫਰਮਾ ਦਿੱਤਾ ਕਿ ਕਰ ਕਿਰਪਾ ਮਿਲੋ ਰਾਮ, ਉਹ ਤੇ ਉਹਦੇ ਕਿਰਪਾ ਦੇ ਨਾਲ ਹੀ ਹੋਣਾ ਹੈ। ਪਰ ਕਿਰਪਾ ਵਾਸਤੇ ਕੁਛ ਨਾ ਕੁਛ ਉਹਨਾਂ ਨੇ ਵਚਨ ਤੇ ਸਾਨੂੰ ਲਗਾਏ ਆ, ਵਚਨ ਤੇ ਮੰਨਣੇ ਅਸੀਂ। ਜੇ ਅਸੀਂ ਉਹਨਾਂ ਦਾ ਵਚਨ ਹੀ ਨਹੀਂ ਮੰਨਦੇ ਤੇ ਕਿਸ ਤਰ੍ਹਾਂ ਉਹ ਦਇਆ ਹੋਏਗੀ, ਕਿਸ ਤਰ੍ਹਾਂ ਉਹ ਕਿਰਪਾ ਹੋਏਗੀ? ਹੁਣ ਗੁਰੂ ਮਹਾਰਾਜ ਕਿਸੇ ਨੂੰ ਵਚਨ ਫਰਮਾ ਦਿੰਦੇ ਨੇ ਕਿ ਬਈ ਤੂੰ ਕਿਸੇ ਨੂੰ ਘਰ ਦੇ ਵਿੱਚ ਹੀ ਹੁਕਮ ਲਗਾ ਦਿੱਤਾ। ਮੈਨੂੰ ਯਾਦ ਹੈ ਕਈ ਗੁਰੂ ਮਹਾਰਾਜ ਦੇ ਸੇਵਾਦਾਰ, ਕੋਈ ਇਹ ਨਹੀਂ ਕਿ ਕੋਈ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਭਰਮ ਚ ਪਾਉਂਦੇ ਨੇ ਜਾਂ ਵਹਿਮ ਚ ਪਾਉਂਦੇ ਨੇ। ਕਈ ਵਾਰੀ ਕੋਈ ਸੰਗਤ ਮਿਲਦੀ, ਸੇਵਾਦਾਰ ਮਿਲਦੇ ਨੇ, ਕਹਿੰਦੇ ਗੁਰੂ ਮਹਾਰਾਜ ਜੀ ਨੇ ਫਰਮਾਇਆ ਸੀ ਕਿ ਤੂੰ ਬਈ ਉੱਥੇ ਕੁੱਤਿਆਂ ਨੂੰ ਰੋਟੀ ਪਾ ਦਿਆ ਕਰ।
ਕੋਈ ਕਹਿੰਦਾ ਹੈ, ਕਿਸੇ ਵੇਲੇ ਕਈ ਬੱਚੇ ਦੱਸਦੇ ਨੇ, ਉਹ ਕਹਿੰਦੇ ਕਿ ਗੁਰੂ ਮਹਾਰਾਜ ਨੇ ਫਰਮਾਇਆ ਸੀ ਕਿ ਤੂੰ ਕਾਵਾਂ ਨੂੰ ਰੋਟੀ ਪਾ ਦਿਆ ਕਰ। ਕਿਸੇ ਨੂੰ ਕਿਹਾ ਕਿ ਨਹੀਂ ਕਾਕਾ ਤੂੰ ਮਹੀਨੇ 'ਚ ਇੱਕ ਵਾਰੀ ਸੰਗਰਾਂਦ ਤੇ ਵੀ ਗੁਰੂ ਮਹਾਰਾਜ ਦੇ ਦਰਬਾਰ ਫੇਰਾ ਮਾਰਿਆ ਕਰ। ਕਿਸੇ ਨੂੰ ਕਹਿ ਦਿੱਤਾ ਕਿ ਕੋਈ ਗੱਲ ਨਹੀਂ, ਜਦੋਂ ਆਇਆ ਜਾਂਦਾ ਹੈ ਉਦੋਂ ਹੀ ਆ ਜਾਇਓ, ਤੁਹਾਡੇ ਜਿੱਥੇ ਵੀ ਲਾਗੇ ਸਤਸੰਗ ਹੁੰਦਾ ਹੈ ਉੱਥੇ ਸਤਸੰਗ ਸੁਣ ਲਿਆ ਕਰੋ। ਹੁਣ ਹਰ ਇੱਕ ਦਾ ਕਰਮ ਅਲੱਗ ਅਲੱਗ ਹੈ। ਮੈਂ ਪਿੱਛੇ ਬੇਨਤੀ ਕੀਤੀ ਸੀ ਕਿ ਬਈ ਹਰ ਇੱਕ ਦੀ ਬਿਮਾਰੀ ਅਲੱਗ ਅਲੱਗ ਹੈ, ਹਰ ਇੱਕ ਦੀ ਬੇਨਤੀ ਅਲੱਗ ਅਲੱਗ ਹੈ, ਹਰ ਇੱਕ ਦਾ ਜਵਾਬ ਅਲੱਗ ਅਲੱਗ ਹੈ। ਇੱਕੋ ਹੀ ਚੀਜ਼ ਨਹੀਂ ਹੈ ਕਿ ਬਈ ਇੱਕੋ ਹੀ ਚੀਜ਼ ਹੋ ਗਈ ਤਾਂ ਬਸ ਜੀ ਸਾਰੇ ਉਹ ਸਾਰਿਆਂ ਵਾਸਤੇ ਹੈ। ਹਾਂ, ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੇ ਸਤਸੰਗ ਦੇ ਮਾਧਿਅਮ, ਜਿਹੜੀਆਂ ਜਿਸ ਤਰ੍ਹਾਂ ਕੁਝ ਨਿਯਮ ਦੱਸੇ ਜਾਂਦੇ ਨੇ, ਉਹ ਸਾਰਿਆਂ ਵਾਸਤੇ ਹੀ ਹੁੰਦੇ ਨੇ। ਜਦੋਂ ਅਸੀਂ ਆਪਣੇ ਆਪਣੀ ਕੋਈ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਗੁਰੂ ਮਹਾਰਾਜ ਜੀ ਬੇਨਤੀ ਦੇ ਹਿਸਾਬ ਦੇ ਨਾਲ, ਕਰਮਾਂ ਦੇ ਹਿਸਾਬ ਨਾਲ ਵੱਖਰੀ ਸੇਵਾ ਕੋਈ ਲਗਾ ਦਿੰਦੇ। ਹੁਣ ਇਹ ਜਿਹੜੀ ਚੀਜ਼ ਸੀ ਕਿ ਜਿਹੜੀ ਸਤਸੰਗ ਦੇ ਵਿੱਚ ਦੇਖੋ, ਬਾਕੀ ਵਿਆਹ ਸ਼ਾਦੀਆਂ ਹੋਣ, ਕੋਈ ਐਸਾ ਕੋਈ ਪ੍ਰੋਗਰਾਮ ਹੋਵੇ ਤੇ ਕਿੱਦਾਂ ਬਿਨਾਂ ਕੋਈ ਸੱਦੇ ਤੋਂ ਵੀ ਜਾਂਦੇ ਆ, ਬਿਨਾਂ ਸਭ ਕੁਝ ਕਰਦੇ ਆ। ਹੁਣ ਸਤਸੰਗ ਦੀ ਗੱਲ ਹੁੰਦੀ ਹੈ ਤੇ ਮਨ ਦੇ ਵਿੱਚ ਵਿਚਾਰ ਪੈਦਾ ਹੋ ਜਾਂਦੇ। ਕਈ ਕਹਿ ਦਿੰਦੇ ਨੇ ਕਿ ਸਤਸੰਗ ਦੀ ਕਿਹੜੀ ਗੱਲ ਹੈ, ਸਤਸੰਗ ਉੱਥੇ ਵੀ ਜਾਣਾ, ਉੱਥੇ ਵੀ ਬੈਠ ਕੇ ਸੁਣਨਾ, ਅਸੀਂ ਘਰ ਹੀ ਸੁਣਨਾ ਜੀ। ਕਈ ਵਾਰੀ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਵੀ ਇਹ ਚੀਜ਼ਾਂ ਹੁੰਦੀਆਂ ਨੇ। ਹੁਣ ਬਾਹਰ ਸਪੀਕਰ ਲੱਗੇ ਨੇ, ਹੋ ਰਹੀ ਆ, ਕਿਹਾ ਜਾਂਦਾ ਹੈ, ਕਈ ਵਾਰੀ ਕਿਹਾ ਜਾਂਦਾ ਹੈ ਕਿ ਬਈ ਸਾਰੇ ਸਤਸੰਗ ਹਾਲ 'ਚ ਜਾਂ ਉਹ 'ਚ ਪੰਡਾਲ 'ਚ ਆ ਕੇ ਬੈਠਣ। ਕਈ ਵਾਰੀ ਕੋਈ ਸੇਵਾਦਾਰ ਕੀ ਕਹਿਣਗੇ, ਕੋਈ ਅਸੀਂ ਸਤਸੰਗ ਹੀ ਸੁਣਨਾ, ਅਸੀਂ ਬਾਹਰ ਬੈਠ ਕੇ ਸੁਣਨਾ। ਗੱਲ ਬਾਹਰ ਬੈਠਣ ਦੀ ਨਹੀਂ ਹੈ। ਸੁਣਦੇ ਭਾਵੇਂ ਜਿੱਥੇ ਮਰਜ਼ੀ ਬੈਠੇ। ਹੁਣ ਵੀ ਜਿਸ ਤਰ੍ਹਾਂ ਕੋਈ ਆਨਲਾਈਨ ਜਿਹੜੇ ਸਤਸੰਗ ਚੱਲਦੇ ਨੇ ਤੇ ਉਹ ਬਾਹਰ ਬੈਠ ਕੇ ਵੀ ਸੁਣ ਰਹੇ ਨੇ ਬੱਚੇ। ਪਰ ਜਿਨ੍ਹਾਂ ਨੂੰ ਜੋ ਹੁਕਮ ਲੱਗਾ ਉਹ ਤੇ ਉਹਨਾਂ ਨੂੰ ਉਹ ਹੁਕਮ ਮੰਨਣਾ ਚਾਹੀਦਾ ਹੈ। ਉਸ ਚੀਜ਼ ਨੂੰ ਅਸੀਂ ਬੜਾ ਸੋਚਦੇ ਹਾਂ ਕਿ ਨਹੀਂ, ਆਪਣੇ ਆਪ ਜਦੋਂ ਆਪਣੀ ਜਿਹੜੀ ਮੈਂ ਪਿਛਲੇ ਸੰਡੇ ਨੂੰ ਵੀ ਬੇਨਤੀ ਕੀਤੀ ਸੀ ਕਿ ਕੁਝ ਬੱਚੇ ਨੇ ਜਿਹੜੇ ਅੱਧੇ ਕੁ ਕੰਮ ਆਪਣੀ ਮਨਮਰਜ਼ੀ ਨਾਲ ਜਿਹੜੇ ਪਤਾ ਕਰਨੇ ਹੀ ਕਰਨੇ ਨੇ, ਉਹ ਤੇ ਬਿਨਾਂ ਦੱਸੇ ਕਰ ਲੈਣੇ ਆ, ਉਹਦੇ ਬਾਰੇ ਨਹੀਂ ਕੁਝ ਪੁੱਛਣਾ। ਤੇ ਜਿਹੜੀ ਕੋਈ ਪਤਾ ਐਵੇਂ ਝੂਠੀਆਂ ਨਹੀਂ ਐਵੇਂ ਆਪਣੀਆਂ ਕੋਈ ਕਰਨੀਆਂ ਨੇ, ਉਹਦੇ ਵਾਸਤੇ ਜੀ ਮੈਂ ਪੁੱਛਣਾ ਹੈ। ਕੋਈ ਵੀ ਕੰਮ ਮੈਂ ਪੁੱਛਣਾ ਹੈ ਭਾਈ, ਪੁੱਛਣਾ ਹੈ। ਤੇ ਬਾਕੀ ਕੰਮ ਤੁਸੀਂ ਪੁੱਛਦੇ ਹੋ ਸਾਰੇ। ਜਦੋਂ ਕਿਸੇ ਨਾਲ ਕੋਈ ਗਾਲ ਮੰਦਾ ਕਰਦੇ ਹੋ, ਜਦੋਂ ਕਿਸੇ ਨੂੰ ਮਾੜਾ ਬੋਲਦੇ ਹੋ, ਜਦੋਂ ਕਿਸੇ ਦੀ ਚੁਗਲੀ ਕਰਦੇ ਹੋ, ਤੁਸੀਂ ਪੁੱਛਦੇ ਹੋ ਉਸ ਵੇਲੇ? ਉਦੋਂ ਨਹੀਂ ਪੁੱਛਦੇ, ਕੋਈ ਨਹੀਂ ਪੁੱਛਦਾ ਉਦੋਂ। ਲੇਕਿਨ ਜਦੋਂ ਕੋਈ ਮੌਕੇ ਦੱਸਿਆ ਕਿ ਉਹਨੂੰ ਫਾਰਮੈਲਿਟੀ ਨਹੀਂ ਕਰਨਾ, ਕਹਿ ਦਿੰਦੇ ਨੇ ਆਹ ਚੀਜ਼ ਅਸੀਂ ਪੁੱਛਣੀ ਹੈ। ਇਸ ਕਰਕੇ ਉਹ ਜਿਹੜੀ ਚੀਜ਼ ਗਲਤ ਹੋ ਜਾਂਦੀ ਹੈ ਉਸ ਵੇਲੇ। ਇਸ ਲਈ ਉਸ ਚੀਜ਼ ਨੂੰ ਸਤਿਗੁਰਾਂ ਨੂੰ ਉਸ ਚੀਜ਼ ਨੂੰ ਸਮਝਣਾ ਹੈ ਕਿ ਸਾਨੂੰ ਕੀ ਸਮਝਾ ਕੇ ਰਹੇ ਨੇ। ਕੱਲ ਬਾਹਰ ਜਿਹੜੀ ਮੈਂ ਗੱਲ ਚੱਲੀ ਸੀ ਸਤਸੰਗ ਦੀ ਜਾਂ ਕਿਤੇ ਵੀ ਬੈਠਣ ਦੀ, ਉਹਦਾ ਮਤਲਬ ਇਹ ਨਹੀਂ ਸੀ। ਮੈਂ ਗੁਰੂ ਮਹਾਰਾਜ ਦਰਬਾਰ 'ਚ ਵੀ ਸੇਵਾਦਾਰਾਂ ਨੂੰ ਕਹਿਣਾ ਕਿ ਬਈ ਅਸੀਂ ਇਕੱਲਾ ਇੱਥੇ ਗੁਰੂ ਮਹਾਰਾਜ ਨੇ ਫਰਮਾਇਆ ਸੀ, ਮੈਂ ਕੋਈ ਕਾਰਖਾਨਾ ਨਹੀਂ ਲਾਇਆ, ਕੋਈ ਇੱਕ ਸੇਵਾ ਦਾ ਸਾਧਨ ਰੱਖਿਆ। ਮੈਂ ਤਾਂ ਕਰਕੇ ਬੇਨਤੀ ਕਰਦਾ ਰਹਿੰਦਾ ਹੈ ਕਿ ਬਈ ਬਾਕੀ ਕੰਮ ਕਰੋ, ਸੇਵਾ ਕਰੋ। ਮੈਂ ਨਹੀਂ ਕਹਿੰਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ, ਪਰ ਕਮ ਸੇ ਕਮ ਗੁਰੂ ਮਹਾਰਾਜ ਦਾ ਜਿਹੜਾ ਸਾਨੂੰ ਹੁਕਮ ਹੈ ਬਈ ਸਿਮਰਨ ਤੇ ਜ਼ਰੂਰ ਬੈਠੋ। ਸਤਿਗੁਰਾਂ ਦੀ ਬੇਨਤੀ ਮੰਗਲਾਚਰਨ ਕਰਦੇ ਉਹਦੇ ਵਿੱਚ ਜ਼ਰੂਰ ਬੈਠੋ। ਮਨ ਉਹਦੇ 'ਚ ਵੀ ਕਈ ਐਂ ਬਹਾਨੇ ਕਰਦਾ, ਕਈ ਵਾਰੀ ਇੰਨੇ ਆਕੜ ਕਰਦਾ, ਉਹ ਕੋਈ ਕਹਿੰਦਾ ਮੇਰੇ ਕੋਲ ਨਹੀਂ ਉੱਠਿਆ ਜਾਂਦਾ, ਮੈਂ ਥੱਕਿਆ ਪਿਆ, ਮੈਂ ਬਾਅਦ 'ਚ ਕਰ ਲੂੰਗਾ, ਮੈਂ ਉੱਥੇ ਬਹਿ ਕੇ ਕਰ ਲਾਂਗਾ, ਮੈਂ ਉੱਥੇ ਬਹਿ ਕੇ ਕਰ ਲਾਂਗਾ। ਬਈ ਬਹਿ ਕੇ ਜਿੱਥੇ ਮਰਜ਼ੀ ਕਰੀਏ, ਗੱਲ ਉਹਦੀ ਕੋਈ ਨਹੀਂ ਹੈ, ਗੱਲ ਹੁਕਮ ਦੀ ਹੈ। ਜੇ ਹੁਕਮ ਹੈ ਤੇ ਹੁਕਮ ਮੰਨਣਾ ਸਾਨੂੰ ਆਉਣਾ ਚਾਹੀਦਾ ਹੈ। ਜੇ ਹੁਕਮ ਮੰਨਣਾ ਆ ਗਿਆ ਤੇ ਫਿਰ ਸਾਰੀਆਂ ਚੀਜ਼ਾਂ ਹੀ ਠੀਕ ਹੋ ਜਾਣਗੀਆਂ। ਜੇ ਹੁਕਮ ਮੰਨਣਾ ਨਹੀਂ ਆਇਆ ਤੇ ਗੱਲ ਫਿਰ ਉਹ ਨਹੀਂ ਹੈ। ਉਸ ਵੇਲੇ ਮੌਕੇ ਤੇ ਸਾਡੇ ਕੋਲ ਹੁਕਮ ਨਹੀਂ ਮੰਨਿਆ ਜਾਂਦਾ। ਬਾਅਦ 'ਚ ਜੇ ਮੰਨ ਗਿਆ ਤਾਂ ਗੱਲ ਉਹ ਕਹਿੰਦੇ ਚੰਦ ਚੜੇ ਤਨ ਦੀ ਪ੍ਰਵਾਨ ਹੁੰਦੀ ਹੈ। ਜਦੋਂ ਸਾਹਮਣੇ ਜਦੋਂ ਮੈਂ ਹੁਕਮ ਕੀਤਾ ਉਦੋਂ ਤੇ ਮੰਨਿਆ ਨਾ। ਕੋਈ ਗੁਰੂ ਮਹਾਰਾਜ ਦੇ ਸੇਵਾਦਾਰ ਨੇ, ਕੋਈ ਕਿਸੇ ਤਰ੍ਹਾਂ, ਤੇ ਗੁਰੂ ਮਹਾਰਾਜ ਜੀ ਨੇ ਕੋਈ ਹੁਕਮ ਕੀਤਾ ਕਿ ਬਈ ਪਗੜੀ ਬੰਨਿਆ ਕਰੋ। ਘਰ ਦਾ ਹੀ ਕੋਈ ਮੈਂਬਰ ਸੀ, ਗੁਰੂ ਮਹਾਰਾਜ ਜੀ ਨੇ ਪਗੜੀ ਲਪੇਟੀ, ਘਰ ਦੇ ਕਿਸੇ ਮੈਂਬਰ ਨੇ ਇਹਦਾ ਹੱਥ ਮਾਰ ਕੇ ਤੇ ਐਂ ਕਰਕੇ ਲਾ ਦਿੱਤੀ। ਅਜੇ ਅਸੀਂ ਬੱਚੇ ਵਿਆਹੁਣੇ, ਆਹ ਕਰਨਾ ਹੈ, ਇਹ ਹੁਣੇ ਬਣ ਜਾਣਾ, ਬਾਬੇ ਬਣ ਜਾਣਾ। ਉਦੋਂ ਵਚਨ ਨਹੀਂ ਮੰਨਿਆ, ਬਾਅਦ ਦੇ ਵਿੱਚ ਆਪਣਾ ਟਾਈਮ ਪਾ ਕੇ ਆਪਣੀ ਮਰਜ਼ੀ ਦੇ ਨਾਲ ਬਾਅਦ ਦੇ ਵਿੱਚ ਆਪੇ ਬਣਨੀ ਹੈ, ਤੇ ਉਹਦਾ ਕੀ ਫਾਇਦਾ ਹੋਇਆ? ਜੇ ਸਤਿਗੁਰਾਂ ਨੇ ਉਸੇ ਵੇਲੇ ਵਚਨ ਫਰਮਾਇਆ ਕਿ ਆਹ ਕੰਮ ਕਰੋ, ਹੁਣ ਕਰੋ, ਜੇ ਉਸ ਵੇਲੇ ਕੀਤਾ ਨਹੀਂ ਤੇ ਬਾਅਦ ਦੇ ਵਿੱਚ ਕਰਦੇ ਰਹੀਏ, ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਫਰਮਾਉਣਾ ਕਿ ਵੀ ਜਦੋਂ ਉਹ ਸਤਿਗੁਰ ਆਉਂਦੇ ਨੇ ਉਦੋਂ ਤੇ ਉਹਨਾਂ ਦਾ ਵਚਨ ਮੰਨਦੇ ਨਹੀਂ।
ਉਦੋਂ ਤਾਂ ਉਹਨਾਂ ਨਾਲ ਈਰਸ਼ਾ ਦਵੇਸ਼ ਰੱਖ ਕੇ ਕਰਦੇ ਨੇ, ਤੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀਆਂ ਫੋਟੋਆਂ ਚੁੱਕ ਕੇ ਵਿੱਚ ਗਾਲਾਂ 'ਚ ਮਾਲਾ ਉਹਨਾਂ ਫੋਟੋਆਂ 'ਤੇ ਮਾਲਾ ਪਾ ਕੇ ਤੇ ਉੱਤੇ ਐਂ ਜੀ ਸੜਕਾਂ ਸਾਫ਼ ਕਰ ਕਰਕੇ ਉਹ ਝਾਕੀਆਂ ਕੱਢਦੇ ਆ, ਕੁਛ ਕਰਦੇ ਆ। ਉਹਦਾ ਕੀ ਫਾਇਦਾ ਬਾਅਦ ਦੇ ਵਿੱਚ? ਉਹਦਾ ਕੋਈ ਫਾਇਦਾ ਨਹੀਂ। ਉਹ ਤਾਂ ਬਸ ਆਪਣੇ ਮਨ ਨੂੰ ਐਵੇਂ ਥੋੜ੍ਹਾ ਜਿਹਾ ਕਰਨ ਵਾਸਤੇ ਆ। ਗੱਲ ਤੇ ਉਹੀ ਹੈ ਕਿ ਜੋ ਉਸ ਵੇਲੇ ਹੋਵੇ। ਜੇ ਉਦੋਂ ਨਹੀਂ ਵਚਨ ਮੰਨਿਆ ਗਿਆ ਤੇ ਫਿਰ ਬਈ ਸਮਝੋ ਕਿ ਫਿਰ ਕੋਈ ਨਹੀਂ, ਫਿਰ ਬਈ ਜਦੋਂ ਮੌਕਾ ਆਏਗਾ ਫਿਰ ਉਦੋਂ ਦੀ ਗੱਲਬਾਤ ਹੈ। ਹੁਣ ਕਈ ਵਾਰੀ ਜਦੋਂ ਪਤਾ ਚੱਲਦਾ ਕਿ ਜਦੋਂ ਵਚਨ ਜਿਹੜਾ ਆ, ਅਜੇ ਹੁਣ ਵੀ ਸਤਿਗੁਰਾਂ ਦੇ ਜੋ ਵੀ ਵਚਨ ਆਏ, 4 ਕੁੰਟ ਦਹਿ ਦਿਸ ਭ੍ਰਮੇ ਤੱਕ ਆਏ ਪ੍ਰਭ ਕੀ ਸਾਮ, ਜਦੋਂ ਕਿਸੇ ਪਾਸੇ ਵਾਹ ਨਹੀਂ ਨਾ ਜਾਂਦੀ ਤੇ ਫਿਰ ਅਸੀਂ ਮੁੜਦੇ ਹਾਂ, ਫਿਰ ਅਸੀਂ ਕਹਿੰਦੇ ਹਾਂ, ਉਦੋਂ ਮੰਨ ਲੈਂਦੇ ਹਾਂ, ਫਿਰ ਮੰਨ ਲੈਂਦੇ ਹਾਂ, ਪਰ ਮਨ ਇਹਦਾ ਹਰਾਮੀ ਇਹ ਫਿਰ ਟਾਈਮ ਆਉਣ ਦੇ ਉੱਤੇ ਬਦਲ ਜਾਂਦਾ, ਫਿਰ ਕਰ ਦਿੰਦਾ। ਇਸ ਕਰਕੇ ਇੱਥੇ ਕੋਈ ਇਹ ਨਹੀਂ, ਹਰ ਪਲ ਹੀ ਉਹਦੀ ਲੋੜ ਹੈ, ਛਿਣ ਛਿਣ ਹੀ ਉਹਦੀ ਲੋੜ ਹੈ, ਸਾਹ ਸਾਹ ਦੇ ਨਾਲ ਉਹਦੀ ਲੋੜ ਹੈ। ਜੇ ਉਹ 1 ਸੈਕਿੰਡ ਵੀ ਉਸ ਤੋਂ ਵਿਛੋੜਾ ਤੇ ਇਹਦਾ ਮਤਲਬ ਵੀ ਕੰਮ ਪਤਾ ਨਹੀਂ ਕਿਹੜੇ ਟੋਏ 'ਚ ਡਿੱਗ ਪੈਣਾ। ਇਸ ਕਰਕੇ ਜੋ ਵੀ ਕਿਤੇ ਜਿਹੜੇ ਬਾਹਰ, ਜਿਸ ਤਰ੍ਹਾਂ ਕਈ ਵਾਰੀ ਗੱਲ ਕਰਦੇ ਵੀ, ਜਿਸ ਤਰ੍ਹਾਂ ਦੱਸਿਆ ਕਿ ਸਤਸੰਗ ਦੇ ਤੇ ਕਈ ਵਾਰੀ ਅਸੀਂ ਅਣਗਹਿਲੀ ਕਰਦੇ। ਦੇਖੋ ਗੁਰਮਾਈ ਦੇ ਦਰਬਾਰ 'ਚ ਆਉਣਾ ਜਾਣਾ ਉਹਦੇ ਇੱਕ ਅਲੱਗ ਗੱਲ, ਕੋਈ 10 ਕਿਲੋਮੀਟਰ ਤੇ ਬੈਠਾ, ਕੋਈ 100 ਕਿਲੋਮੀਟਰ ਤੇ, ਕੋਈ 200 ਕਿਲੋਮੀਟਰ ਤੇ, ਕੋਈ 400 ਤੇ, ਚਲੋ ਬਾਹਰੋਂ ਤੇ ਇੱਕ ਬਹਾਨਾ ਹੋ ਗਿਆ, ਨਹੀਂ ਆਇਆ ਜਾਂਦਾ। ਪਰ ਸਤਿਗੁਰ ਕਿੱਥੇ ਨਹੀਂ ਹੈਗੇ? ਸਤਿਗੁਰ ਤੇ ਹਰ ਜਗ੍ਹਾ ਹੀ ਮੌਜੂਦ ਨੇ। ਪਰ ਜੇ ਸਾਨੂੰ ਹੀ ਨਹੀਂ ਪਤਾ ਚੱਲ ਰਿਹਾ, ਅਸੀਂ ਉਹਨੂੰ ਪਾਉਣਾ ਹੀ ਨਹੀਂ ਚਾਹੁੰਦੇ, ਤੇ ਫਿਰ ਤਾਂ ਘਰ 'ਚ ਵੀ ਸਾਡੇ ਬੈਠੇ ਨੂੰ ਤਾਂ ਵੀ ਨਹੀਂ ਪਾ ਸਕਦੇ, ਫਿਰ ਨਹੀਂ ਪਾ ਸਕਦੇ। ਜਿਨ੍ਹਾਂ ਨੇ ਪਾਉਣਾ ਹੈ ਉਹਨਾਂ ਨੇ ਬਈ ਜਿੱਥੇ ਮਰਜ਼ੀ ਉਹਨਾਂ ਨੇ ਪਾ ਲੈਣਾ, ਵਚਨ ਮੰਨ ਕੇ ਪਾ ਲੈਣਾ। ਤੇ ਉਹਨੇ ਵਚਨ ਫਰਮਾਏ ਕਿ ਬਈ ਸਤਿਗੁਰਾਂ ਦਾ ਜਿਹੜਾ ਰਸਤਾ ਦੱਸਿਆ ਹੈ, ਜੋ ਉਹਨਾਂ ਨੇ ਵਚਨ ਕੀਤੇ ਨੇ, ਉਸ ਸਤਿਗੁਰ ਦੀ ਆਰਾਧਨਾ, ਉਹਨਾਂ ਨੂੰ ਹਰ ਵੇਲੇ ਉਹਨਾਂ ਦਾ ਚੇਤਾ ਰੱਖਣਾ, ਕਿਸੇ ਵੇਲੇ ਵੀ ਉਹਨਾਂ ਨੂੰ ਭੁੱਲਣਾ ਨਹੀਂ। ਜੇ ਅਸੀਂ ਉਹ ਕਰਾਂਗੇ ਤੇ ਉਹ ਜਿਹੜਾ ਆਨੰਦ ਜ਼ਰੂਰ ਮਿਲੇਗਾ, ਔਰ ਐਸਾ ਆਨੰਦ ਮਿਲੇਗਾ ਜਿਹੜਾ ਮੌਤ ਤੋਂ ਬਾਅਦ ਵੀ, ਜਿਸ ਤਰ੍ਹਾਂ ਕਹਿੰਦੇ ਨਾ, ਮੌਤ ਵੀ ਆ ਜਾਵੇ ਫਿਰ ਵੀ ਉਹ ਆਨੰਦ ਡੋਲੇਗਾ ਨਹੀਂ ਕਦੇ। ਫਿਰ ਵੀ ਉਹ ਕਿਤੇ ਟਸਟ, ਉਹ ਇਹ ਨਹੀਂ ਹੋਏਗਾ ਕਿ ਉਹਨੂੰ ਵੇਖ ਕੇ ਤੇ ਕੋਈ ਬਦਲ ਜਾਏਗਾ। ਉਹ ਫਿਰ ਹਮੇਸ਼ਾ ਰਹਿਣ ਵਾਲਾ ਆਨੰਦ ਹੋਏਗਾ। ਇਹ ਨਹੀਂ ਕਿ ਜਿਸ ਤਰ੍ਹਾਂ ਬਾਹਰ ਦੀਆਂ ਚੀਜ਼ਾਂ ਮਿਲੀਆਂ ਤੇ ਬਈ ਉਦੋਂ ਬਸ ਆਨੰਦ ਦੇ ਬਾਅਦ ਦੇ ਵਿੱਚ ਫਿਰ ਉਹੀ ਚੀਜ਼ ਸੀ, ਉਹ ਨਹੀਂ। ਇਸ ਕਰਕੇ ਹੋਇਆ ਕਿ ਹੋਵੇ ਆਨੰਦ ਘੜਾ, ਐਸਾ ਆਨੰਦ ਮਿਲੇਗਾ ਜਿਹੜਾ ਫਿਰ ਵਿਛੜੇਗਾ ਨਹੀਂ। ਹਾਂਜੀ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਹੁਣ ਜਦੋਂ ਆਰਾਧਨ ਦੀ ਗੱਲ ਆਉਂਦੀ ਹੈ, ਜਿਸ ਤਰ੍ਹਾਂ ਹੁਣੇ ਵੀ ਦੱਸਿਆ ਹੈ ਕਿ ਸਤਿਗੁਰਾਂ ਨੇ ਫਰਮਾਇਆ ਕਿ ਵੀ ਇਕੱਠੇ ਬਹਿ ਕੇ ਵੀ ਆ ਮੰਗਲਾਚਰਨ ਬੇਨਤੀ ਕਰੋ, ਇਕੱਠੇ ਬਹਿ ਕੇ ਬੇਟੇ ਸਿਮਰਨ ਵੀ ਕਰ ਲਿਆ ਕਰੋ, ਇਕੱਠੇ ਬੈਠ ਕੇ ਸਤਿਗੁਰਾਂ ਦੇ ਕੋਈ ਮੀਟਿੰਗ ਕਰ ਲਿਆ ਕਰੋ, ਜੋ ਮਰਜ਼ੀ। ਗੱਲ ਇਹ ਆ ਕਿ ਮਨ ਜਿਸ ਤਰ੍ਹਾਂ ਉਹ ਸਤਿਗੁਰਾਂ ਨੂੰ ਪਤਾ ਹੈ, ਸਾਨੂੰ ਨਹੀਂ ਪਤਾ ਇਸ ਚੀਜ਼ ਦਾ। ਕਿ ਜਿਸ ਤਰ੍ਹਾਂ ਫਰਮਾਇਆ ਕਿ ਚੇਤ ਗੋਬਿੰਦ ਆਰਾਧੀਏ। ਹੁਣ ਆਰਾਧਨਾ ਤੇ ਹਰ ਕੋਈ ਚਾਹੁੰਦਾ ਹੈ, ਪਰ ਆਰਾਧੇ ਕਿੱਦਾਂ? ਉਹ ਸਤਿਗੁਰ ਜੁਗਤੀ ਦੱਸਦੇ ਨੇ ਕਿੱਦਾਂ ਉਹਨੂੰ ਆਰਾਧਨਾ ਹੈ, ਕਿੱਦਾਂ ਉਹਦੀ ਯਾਦ 'ਚ ਬੈਠਣਾ ਹੈ, ਕਿਸ ਤਰ੍ਹਾਂ ਉਹਦੀ ਯਾਦ ਬਣੇਗੀ, ਕਿਸ ਤਰ੍ਹਾਂ ਉਹ ਅੱਗੇ ਉਹ ਜਿਹੜਾ ਸਫ਼ਰ ਜਿਹੜਾ ਅੱਗੇ ਵਧੇਗਾ, ਕਿਸ ਤਰ੍ਹਾਂ ਅੱਗੇ ਹੋਏਗਾ। ਉਹਨੇ ਫਰਮਾਇਆ ਕਿ ਸੰਤ ਜਨਾਂ ਮਿਲ ਪਾਈਏ। ਉਹ ਜਿਹੜਾ ਨਾਮ ਜਿਹੜਾ ਆ, ਉਹ ਜਿਹੜਾ ਵਾਧਾ ਹੋਣਾ ਜਾਂ ਨਾਮ ਮਿਲਣਾ, ਉਹ ਕਿੱਥੋਂ ਮਿਲਣਾ ਹੈ? ਉਹਦੀ ਜੁਗਤੀ ਸਤਿਗੁਰ ਦੱਸਦੇ। ਤੇ ਜੇ ਉਹਨਾਂ ਦੇ ਪਾਸ ਨੇ ਕਿਹਾ ਕਿ ਸੰਤ ਜਨਾਂ ਮਿਲ ਪਾਈਏ, ਉਹ ਉਸ ਤਰ੍ਹਾਂ ਨਹੀਂ ਕਿਸੇ ਤਰ੍ਹਾਂ ਵੀ ਮਿਲਣਾ। ਜਦੋਂ ਅਸੀਂ ਐਸੇ ਸਤਿਗੁਰਾਂ ਦੇ ਸੰਤਾਂ ਦੀ, ਉਹਨਾਂ ਦੀ ਸ਼ਰਨ ਦੇ ਵਿੱਚ ਜਾਵਾਂਗੇ, ਉਹਨਾਂ ਦੇ ਬਚਨਾਂ ਨੂੰ ਮੰਨਾਂਗੇ, ਤੇ ਫਿਰ ਉਹਨਾਂ ਨੇ ਫਰਮਾਇਆ ਕਿ ਰਸਨਾ ਨਾਮ ਪਣਾ। ਫਿਰ ਆਪਣੇ ਆਪ ਹੀ ਕਈ ਵਾਰੀ ਕਈ ਬੱਚੇ ਦੱਸਦੇ ਨੇ ਕਿ ਘਰ ਤੇ ਮਹਾਰਾਜ ਜੀ ਬੈਠਣ ਨੂੰ ਦਿਲ ਨਹੀਂ ਕਰਦਾ, ਆਹ ਡੇਰੇ ਆ ਕੇ ਬੈਠ ਜੀਦਾ, ਜਿੰਨੀ ਦੇਰ ਮਰਜ਼ੀ ਬੈਠ ਜੀਦਾ। ਕਿਉਂਕਿ ਉਹਦਾ ਜਿਹੜੀ ਮੈਂ ਕਈ ਵਾਰੀ ਪਹਿਲਾਂ ਵੀ ਬੇਨਤੀ ਕਰ ਚੁੱਕਾ ਕਿ ਸਾਡੀ ਜਿਹੜੀ ਵਾਈਬ੍ਰੇਸ਼ਨ ਹੈ ਉਸ ਚੀਜ਼ ਦੀ, ਉਹਦਾ ਫਰਕ ਪੈਂਦਾ। ਜਦੋਂ ਅਸੀਂ ਕੋਈ ਐਸੀ ਸਮਝ, ਐਸੀ ਸੰਗਤ ਦੇ ਵਿੱਚ ਸੰਗ ਕਰਦੇ ਹਾਂ ਤੇ ਬਈ ਉਹ ਫਿਰ ਫਰਕ ਪੈਂਦਾ ਸਾਡੀਆਂ ਵਿਚਾਰ ਸਾਡੀ ਹਰ ਚੀਜ਼ਾਂ ਉਹਨਾਂ ਦੇ ਉੱਤੇ ਉਹ ਜਿਹੜੇ ਅਸਰ ਕਰਦੀ ਹੈ। ਤੇ ਜੇ ਅਸੀਂ ਹੁਣ ਕਿਹਾ ਕਿ ਸੰਤ ਜਨਾਂ ਮਿਲ ਪਾਈਏ, ਜੇ ਅਸੀਂ ਸਾਨੂੰ ਜੁਗਤੀ ਦੱਸ ਦਿੱਤੀ ਉਹਨਾਂ ਨੇ ਕਿ ਬਈ ਇਸ ਤਰੀਕੇ ਦੇ ਨਾਲ ਬੈਠੋ, ਇਸ ਤਰੀਕੇ ਦੇ ਨਾਲ ਸਤਿਗੁਰਾਂ ਦੀ ਹਾਜ਼ਰੀ ਭਰੋ, ਤੇ ਬਈ ਆਪਣੇ ਆਪ ਹੀ ਸਤਿਗੁਰਾਂ ਦਾ ਨਾਮ ਜਾਗੇਗਾ, ਕਮੀ ਨਹੀਂ ਆਏਗੀ ਕਿਸੇ ਤਰ੍ਹਾਂ ਦੀ। ਜੋ ਉਹਨਾਂ ਨੇ ਵਚਨ ਕਰ ਦਿੱਤਾ ਹੈ ਤੇ ਜੋ ਉਹਨਾਂ ਨੇ ਫਰਮਾਇਆ ਹੈ ਉਹ ਕੰਮ, ਜਿਸ ਤਰ੍ਹਾਂ
ਹੁਣੇ ਮੈਂ ਦੱਸਿਆ ਕਿ ਕਿਸੇ ਨੂੰ ਕਹਿ ਦਿੱਤਾ ਆਹ ਕੰਮ ਕਰਿਆ ਕਰ, ਕਿਸੇ ਨੂੰ ਕਰਿਆ ਕਰ, ਉਹ ਵਿੱਚ ਸ਼ੱਕ ਨਾ ਕਰੇ ਕਿ ਇਹ ਕੀ ਹੈ, ਇਹ ਤੇ ਫਲਾਣਾ ਕੰਮ ਹੈ, ਤੇ ਢਿੰਗੜਾ ਕੰਮ ਹੈ, ਤੇ ਮੈਂ ਅੱਗੇ ਨਹੀਂ। ਜੋ ਵੀ ਉਹਨਾਂ ਨੇ ਵਚਨ ਲਗਾ ਦਿੱਤਾ ਹੈ, 7 ਵਚਨ ਕਰਕੇ ਵਿਸ਼ਵਾਸ ਭਰੋਸਾ ਰੱਖ ਕੇ ਉੱਤੇ ਚੱਲ ਪਵੇ, ਦੁਨੀਆ ਇੱਧਰ ਦੀ ਉੱਧਰ ਹੋ ਜੇ, ਇਹਨੂੰ ਕਿਸੇ ਗੱਲ ਦੀ ਕਮੀ ਨਹੀਂ ਆਏਗੀ। ਜੋ ਸਤਿਗੁਰਾਂ ਨੇ ਫਰਮਾ ਦਿੱਤਾ, ਜਿਹੜੇ ਰਸਤੇ ਤੇ ਫਰਮਾਤਾ ਉਸੇ ਤੇ ਹੀ ਇਹਨੂੰ ਮਿਲੇਗਾ। ਪਰ ਜਦੋਂ ਤੱਕ ਉਹ ਉਸ ਰਸਤੇ ਤੇ ਆਉਂਦਾ ਨਹੀਂ, ਉਸ ਗੱਲ ਨੂੰ ਮੰਨਦਾ ਨਹੀਂ, ਉਦੋਂ ਤੱਕ ਕੋਈ ਦੁਨੀਆ ਦੀ ਤਾਕਤ ਇਹਨੂੰ ਦੇ ਨਹੀਂ ਸਕਦੀ। ਹਾਂਜੀ ਅੱਗੇ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੇ ਗਣਾ। ਹਾਂਜੀ। ਇੱਕ ਖਿਣ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਕਿ ਜਿਨ ਪਾਇਆ ਪ੍ਰਭ ਆਪਣਾ, ਉਹਦੀ ਤੇ ਕਹਿੰਦੇ ਕੋਈ ਗੱਲ ਹੀ ਨਹੀਂ, ਕੋਈ ਕਰ ਹੀ ਨਹੀਂ ਸਕਦੇ ਉਸੇ। ਬੜੀਆਂ ਚੀਜ਼ਾਂ ਦੁਨੀਆ 'ਚ ਮਿਲਦੀਆਂ ਨੇ, ਸਭ ਕੁਝ ਮਿਲ ਜਾਵੇ ਇਹਨੂੰ, ਪਰ ਜਿਹਨੂੰ ਆਪਣਾ, ਜਿਸ ਕੰਮ ਵਾਸਤੇ ਆਇਆ ਸੀ, ਜਿਸ ਪਰਮੇਸ਼ਵਰ ਪ੍ਰਭੂ ਨੂੰ ਪਾਉਣ ਵਾਸਤੇ ਆਇਆ ਸੀ, ਜੇ ਉਹ ਨਹੀਂ ਮਿਲਿਆ ਤੇ ਬਾਕੀ ਚੀਜ਼ਾਂ ਮਿਲ ਵੀ ਗਈਆਂ ਤੇ ਕੀ ਫਾਇਦਾ ਹੋਇਆ। ਬੜੀਆਂ ਬੜੀਆਂ ਸਰਦਾਰੀਆਂ ਮਿਲ ਗਈਆਂ, ਬੜੀਆਂ ਵੱਡੀਆਂ ਨੌਕਰੀਆਂ ਮਿਲ ਗਈਆਂ, ਬੜਾ ਪੈਸਾ ਮਿਲ ਗਿਆ, ਬੜੀਆਂ ਕੋਠੀਆਂ ਕਾਰਾਂ ਮਿਲ ਗਏ, ਬੜੇ ਬੱਚੇ ਮਿਲ ਗਏ, ਪਰ ਕੀ ਹੋਇਆ ਕੀ ਉਹਦੇ ਨਾਲ? ਕਹਿੰਦੇ ਕੋਈ ਉਹਦਾ ਫਾਇਦਾ ਨਹੀਂ, ਕਿਉਂਕਿ ਸਭ ਕੁਝ ਹੀ ਜਾਣ ਵਾਲਾ ਹੈ। ਕਿ ਜਿਨ੍ਹਾਂ ਨੂੰ ਆਪਣਾ ਸਤਿਗੁਰ ਮਿਲ ਗਿਆ, ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੇ ਗਣਾ। ਜਿਨ੍ਹਾਂ ਨੂੰ ਆਪਣੇ ਪ੍ਰਭੂ ਦੀ ਪ੍ਰਾਪਤੀ ਹੋ ਗਈ, ਜਿਹਨੂੰ ਉਸ ਨਾਮ ਦੀ ਪ੍ਰਾਪਤੀ ਹੋ ਗਈ, ਆਉਣਾ ਜਾਣਾ ਤੇ ਉਹਦਾ ਸਫਲ ਹੋ ਗਿਆ। ਅੱਗੇ ਫਿਰ ਕਿ ਇੱਕ ਖਿਣ ਤਿਸ ਬਿਨ ਜੀਵਨਾ, ਬਿਰਥਾ ਜਨਮ ਜਣਾ। ਇਹ ਤਾਂ ਵੀ ਉਹਨਾਂ ਦੀ ਸਤਿਗੁਰਾਂ ਦੀ ਐਸੀ ਉਹ ਚੀਜ਼ ਹੈ। ਪਹਿਲਾਂ ਕਿਹਾ ਕਿ ਜਿਹਨੂੰ ਜਾਗ ਆ ਗਈ, ਜਿਹਨੂੰ ਪਤਾ ਚੱਲ ਗਿਆ। ਦੂਸਰੇ ਵਾਸਤੇ ਕੀ ਹੈ? ਕਿਉਂ ਉਹਨਾਂ ਨੇ ਜਿਹੜੇ ਵਚਨ ਕੀਤੇ ਨੇ कि एक घड़ी ना मिलते तो कलयुग होता, अब कब मिलिए तुझ भगवंता। एक घड़ी भी कहते कि नहीं मिलते तो कहते मेरे वास्ते तो कलयुग शुरू हो जाता है। पर सानू चेता ही नहीं कदों का विछोड़ा, कदों का असीं ते विछड़े में, फिर भी सानू इदां लगता है कि नहीं कोई गल है ही नहीं किसी तरह की। इस करके चैन नहीं आता फिर कभी, हर वेले ही इस तरह लगता, कोई समा ऐसा नहीं होता। वो जी कई बार खुशी लगती है कि हाँ नहीं खुशी, वो खुशी नहीं, वो थोड़े टाइम लिए खुशी मिलती है, पर जो आनंद मिलेगा, ऐसा जो सतगुਰਾਂ ने फरमाया हो आनंद कहना, जो वो आनंद मिल गया वो नहीं फिर विछड़ेगा, वो फिर एको जिहा रहेगा। एक बार मिल गया फिर दूजी बार ये नहीं कहेगा नहीं चला गया, वो आ गया तो फिर रहेगा, ये कोल ही रहेगा। तो उन्होंने कहा कि एक खिण तिस बिन जीवना, बिरथा जन्म जड़ा। कहते जे एक खिण भी सच्चे पातशाह सतगुरु जी, जे मैं एक खिण भी तुहानूं विसरदा है, तुसीं मेरे तो दूर हुंदे हो, तो बई मेरे वास्ते तो उस वेले जिहड़ा आ जन्म जिहड़ा आ, मतलब मेरा समझ जिन्ने टाइम लगता है मैनूं हुंदा कि जन्म मेरा बिरथा ही जा रहा हुंदा। ਉਹੀ टाइम जिहड़ा जदों तुसीं मैनूं ख्याल च नहीं हुंदे, चेते च नहीं हुंदे, जदों तुसीं मैं तुहानूं विसार दिंदा है, वो जन्म मेरा जिहड़ा उन्हां दा जिहड़ा जन्म मेरा बिरथा चला जाता है। क्योंकि पूरे का पूरा ही जीवन ही वो वास्ते मिले है कि खाते पीते चलते फिरते सोवत जागत विसरना जात। किसी भी टाइम का नहीं कहा कि भाई उन्होंने विसरना है, पर जो असी दिने अपने कामां च भुली रहने, रात को सौ के भुल जाने, तो फिर भाई किस तरह असीं सोचिए कि साडा टाइम जिहड़ा लेखे लग रहा है। हाँ जी जल थल महियल पूरिया, रविया विच वना। हुण जिन दी गल आ रही थी कि एक खिण, हाँ कई बार सोचते हैं, कई जो डेरे गए उदों ही मिल के आते हैं, बाहर तो कोई गल ही नहीं किसी। पर बई सतगुਰਾਂ ने सानू अखां देण वास्ते, साडी उस आत्मा नूं जगाउण वास्ते ही ये हुक्म लगाए हैं। क्योंकि कोई भी गुरु महाराज ने आप वचन फरमाए सी कि वह कदा गुरु है जिहड़ा डेरे च वड़ के बैठा है, जे सतगुਰਾਂ ने फरमाया सी वो किहड़ा गुरु है जिहड़ा ध्यानपुर दे विच ही बैठा पिया है। कई बार साडे मन च हुंदा, मैनूं कई जगह तो पता चलता है कि जिस तरह पहलां दस्सिया कि सत्संग के प्रोग्राम या कोई ऐसा कोई समारोह हुंदे ने ते उत्थे संगत नहीं इकट्ठे नहीं हुंदे, पहुँचते नहीं।
ਪਹੁੰਚਦੇ ਨਹੀਂ ਹੈ। ਮਨ 'ਚ ਉਹਨਾਂ ਦੇ ਕੀ ਵਿਚਾਰ ਹੁੰਦਾ ਹੈ। ਮੈਂ ਪਿੱਛੇ ਦਿੱਲੀ ਗਿਆ, ਉੱਥੇ ਵੀ ਇਹੋ ਹੀ ਗੱਲ ਹੋਈ। ਸੰਗਤ ਤੋਂ ਕੋਈ ਗੁਰੂ ਮਹਾਰਾਜ ਸੇਵਾਦਾਰ ਦੱਸਣ ਲੱਗੇ ਕਿ ਗੁਰੂ ਮਹਾਰਾਜ ਜਦੋਂ ਤੁਸੀਂ ਆਉਂਦੇ ਹੋ ਜਾਂ ਮਾਤਾ ਜੀ ਆਉਂਦੇ, ਉਦੋਂ ਤੇ ਸਾਰੀ ਸੰਗਤ ਇਕੱਠੀ ਹੁੰਦੀ ਹੈ, ਤੇ ਜਦੋਂ ਅੱਗੋਂ ਪਿੱਛੋਂ ਸਤਸੰਗ ਹੁੰਦਾ ਹੈ ਕਹਿੰਦੇ ਕਿ ਨਹੀਂ ਆਉਂਦੇ ਸਾਰੇ। ਹੁਣ ਉਹ ਕਾਹਦੇ ਲਈ ਨਹੀਂ ਆਉਂਦੇ? ਕਿਉਂਕਿ ਉਹਨਾਂ ਨੂੰ ਦਿਸਦਾ ਨਹੀਂ ਕੁਛ ਵੀ ਸਾਹਮਣੇ। ਉਹ ਕਹਿੰਦੇ ਨੇ ਗੁਰੂ ਮਹਾਰਾਜ ਜੀ ਆਉਣਗੇ, ਮਾਤਾ ਜੀ ਆਉਣਗੇ, ਅਸੀਂ ਆਵਾਂਗੇ। ਇੱਦਾਂ ਕੀ ਕਰਨਾ? ਸਤਸੰਗ ਸੁਣਨਾ ਅਸੀਂ ਘਰ ਬੈਠ ਕੇ ਸੁਣ ਲਾਂਗੇ। ਹੁਣ ਗੱਲ ਇਹ ਆ ਕਿ ਬਈ ਹੈ ਤੇ ਉਹ ਹਰ ਜਗ੍ਹਾ ਹੀ ਹੈ, ਪਰ ਉਹਨੂੰ ਦੇਖਣ ਵਾਸਤੇ ਜੋ ਗਿਆਨ ਚਾਹੀਦਾ, ਜੋ ਅੱਖਾਂ ਚਾਹੀਦੀਆਂ ਨੇ, ਉਹ ਕਿੱਦਾਂ ਮਿਲਣੀਆਂ ਨੇ? ਉਹ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਚੱਲ ਕੇ ਹੀ ਮਿਲਣੀਆਂ ਨੇ। ਨਹੀਂ ਤੇ ਸਾਰੀ ਉਮਰ ਟੱਕਰਾਂ ਮਾਰਦਾ ਰਹੇ, ਹਾਸਲ ਕੁਛ ਨਹੀਂ ਹੋਣਾ। ਜਦੋਂ ਤੱਕ ਇਹਦੇ ਕੋਲ ਬਚਨ ਨਹੀਂ ਮੰਨਿਆ ਗਿਆ, ਜਦੋਂ ਤੱਕ ਇਹਦੇ ਅੰਦਰ ਹਿਰਦੇ ਦੇ ਵਿੱਚ ਉਹ ਭਰੋਸਾ ਨਾ ਆਇਆ, ਜਦੋਂ ਤੱਕ ਇਹਦੇ ਮਨ 'ਚੋਂ ਸਤਿਗੁਰਾਂ ਦੇ ਬਚਨ ਦਾ ਡਰ ਨਾ ਆਇਆ, ਕਿੱਦਾਂ ਗੱਲ ਬਣੇਗੀ? ਹੁਣ ਉਹਦੇ ਬਾਰੇ ਮੈਨੂੰ ਦੱਸਿਆ ਪਹਿਲਾਂ ਨਾ ਮੈਂ ਕਿ ਇੱਕ ਖਿਣ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ। ਹੁਣ ਇੱਕ ਖਿਣ ਵੀ ਉਸ ਤੋਂ ਬਗੈਰ, ਹੁਣ ਇੱਕ ਖਿਣ ਜਿਸ ਤਰ੍ਹਾਂ ਪਿੱਛੇ ਸਤਿਗੁਰਾਂ ਦੇ ਬਚਨ ਆਇਆ ਸੀ ਕਿ ਭਲਕੇ ਉੱਠ ਹਰ ਨਾਮ ਧਿਆਵੇ, ਚੜ੍ਹੇ ਦਿਵਸ ਗੁਰਬਾਣੀ ਗਾਵੇ। ਇਸ ਤਰ੍ਹਾਂ ਕਹਿ ਕੇ ਉੱਠਦਿਆਂ ਮਿਲਦਿਆਂ ਹਰ ਨਾਮ ਧਿਆਵੇ। ਫਿਰ ਇਸ ਤਰ੍ਹਾਂ ਕਿਹਾ ਇਹ ਵਚਨ ਕਿ ਅੰਮ੍ਰਿਤਸਰ ਨਹਾਵੇ। ਤੇ ਉਹਦੇ ਵਿੱਚ ਉਹਨਾਂ ਨੇ ਕਿ ਅੰਮ੍ਰਿਤਸਰ ਕਿਹੜਾ ਵਾ? ਉਹ ਅੰਮ੍ਰਿਤ ਦਾ ਸਰੋਵਰ ਜਿਹੜਾ ਵਾ ਉਹ ਸਾਡੇ ਅੰਦਰ ਆ, ਉਹਦੇ ਵਿੱਚ ਡੁਬਕੀ ਲਗਾਉਣੀ ਹੈ। ਹੁਣ ਜਿਹੜਾ ਕੋਈ ਜੇ ਕੋਈ ਸਿੱਖ ਕੋਈ ਦਿੱਲੀ ਬੈਠਾ ਉਹ ਕਵੇ ਕਿ ਇਹਦੇ ਬਚਨ ਆਇਆ ਜੀ ਰੋਜ਼ ਅੰਮ੍ਰਿਤਸਰ ਨਹਾਉਣਾ ਹੈ, ਤੇ ਉਹ ਬਈ ਰੋਜ਼ ਕਿੱਦਾਂ ਨਹਾਵੇਗਾ ਉੱਥੇ ਅੰਮ੍ਰਿਤਸਰ ਜਾ ਕੇ? ਉਹ ਜਿਹੜਾ ਅੰਮ੍ਰਿਤ ਦਾ ਸਰੋਵਰ ਜਿਹੜਾ ਸਤਿਗੁਰਾਂ ਨੇ ਵਚਨ ਕੀਤੇ ਨੇ, ਉਹ ਸਾਡੇ ਅੰਮ੍ਰਿਤ ਦਾ ਸਰੋਵਰ ਸਾਡੇ ਅੰਦਰ ਹੈ। ਔਰ ਉੱਥੋਂ ਤੱਕ ਪਹੁੰਚ ਕਿੱਦਾਂ ਹੋਣੀ ਹੈ? ਸਤਿਗੁਰਾਂ ਦਾ ਬਚਨ ਮੰਨ ਕੇ। ਜਦੋਂ ਤੱਕ ਸਤਿਗੁਰਾਂ ਦੇ ਵਚਨਾਂ ਦੇ ਭਰੋਸਾ ਕਰਕੇ, ਵਿਸ਼ਵਾਸ ਕਰਕੇ ਨਹੀਂ ਚੱਲਦੇ, ਉਦੋਂ ਤੱਕ ਗੱਲ ਨਹੀਂ ਬਣਦੀ। ਹੁਣ ਉਹਨਾਂ ਨੇ ਫਰਮਾਇਆ, ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਕਿ ਬਈ ਸਾਨੂੰ ਤਾਂ ਦਿਸਦਾ ਨਹੀਂ, ਵੀ ਉਹ ਦਿਸਣ ਵਾਸਤੇ ਹੀ ਸਤਿਗੁਰਾਂ ਨੇ ਫਰਮਾਇਆ ਕਿ ਦੇਖੋ ਕੀ ਫਰਮਾਇਆ ਕਿ ਜਲ ਥਲ ਮਈਅਲ ਪੂਰਿਆ ਰਵਿਆ ਵਿੱਚ ਵੜਾ। ਕਹਿੰਦੇ ਉਹ ਪ੍ਰਭੂ ਨੂੰ ਜਿਹਨੂੰ ਇੱਕ ਖਿਣ ਵੀ ਨਹੀਂ ਭੁੱਲਣਾ, ਭੁੱਲੇਗਾ ਫਿਰ ਕਿਸ ਤਰ੍ਹਾਂ ਭੁੱਲੇਗਾ ਉਹ? ਕਿਉਂਕਿ ਸਾਨੂੰ ਅੱਜ ਭੁੱਲਦੇ ਕਿਉਂ ਆ ਕਿ ਸਾਨੂੰ ਦਿਸਦਾ ਨਹੀਂ ਸਾਹਮਣੇ। ਜਦੋਂ ਤੱਕ ਤਾਂ ਸਾਹਮਣੇ ਹੁੰਦਾ ਉਦੋਂ ਤੱਕ ਤਾਂ ਬੜਾ ਡਰ, ਉਦੋਂ ਤੱਕ ਬੜਾ ਭੈ ਹੈ, ਉਦੋਂ ਤੱਕ ਤਾਂ ਐਂ ਸਿੱਧੇ ਹੋ ਕੇ ਤੀਰ ਵਾਂਗੂ ਚੱਲਦੇ ਆ। ਉਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਕਿ ਚਲੋ ਜੀ ਗੱਲ ਹੋ ਗਈ, ਹੁਣ ਬਾਅਦ 'ਚ ਦਿਸਦਾ ਨਹੀਂ। ਪਰ ਉਹਨਾਂ ਨੇ ਫਰਮਾਇਆ ਕਿ ਉਹ ਹਰ ਜਗ੍ਹਾ 'ਤੇ ਹੀ ਹੈ। ਗੁਰੂ ਮਹਾਰਾਜ ਕਈ ਵਾਰੀ ਫਰਮਾਉਂਦੇ ਹੁੰਦੇ, ਸੱਜੇ ਜਾਓ, ਖੱਬੇ ਜਾਓ, ਉੱਪਰ ਜਾਓ, ਥੱਲੇ ਜਾਓ, ਗੁਰੂ ਵੇਖਦਾ ਪਿਆ। ਤੁਸੀਂ ਹਨੇਰੇ 'ਚ ਬੈਠੋ, ਤੁਸੀਂ ਕਮਰੇ 'ਚ ਦਰਵਾਜ਼ਾ ਮਾਰ ਕੇ ਬੈਠੋ, ਇਹ ਨਾ ਸੋਚੋ ਕਿ ਗੁਰੂ ਕਿਹੜਾ ਵੇਖਦਾ ਪਿਆ। ਗੁਰੂ ਵੇਖਦਾ ਪਿਆ ਹੈ, ਹਰ ਜਗ੍ਹਾ ਹੀ ਵੇਖਦਾ ਪਿਆ। ਕੋਈ ਐਸੀ ਜਗ੍ਹਾ ਨਹੀਂ ਹੈ ਕਿ ਜਿੱਥੇ ਉਹ ਨਹੀਂ ਵੇਖਦਾ ਪਿਆ, ਹਰ ਜਗ੍ਹਾ ਹੀ ਆ। ਉਹਨਾਂ ਨੇ ਫਰਮਾਇਆ ਕਿ ਜਲ ਥਲ ਮਈਅਲ ਪੂਰਿਆ, ਜਲ ਤੇ ਥਲ ਤੇ ਹਰ ਜਗ੍ਹਾ ਹੀ, ਕੋਈ ਵੀ ਜਗ੍ਹਾ ਉਹਦੇ ਤੋਂ ਬਗੈਰ ਖਾਲੀ ਨਹੀਂ ਹੈਗੀ। ਕੋਈ ਵੀ ਜਗ੍ਹਾ ਉਹ ਤੋਂ ਖਾਲੀ ਨਹੀਂ ਹੈਗੀ, ਹਰ ਥਾਂ ਦੇ ਵਿੱਚ ਹੀ ਉਹ ਭਰਪੂਰ ਹੈ। ਹਾਂਜੀ ਅੱਗੇ। ਸੋ ਪ੍ਰਭ ਜਿਤਨ ਆਵਈ ਕਿਤੜਾ ਦੁੱਖ ਗਣਾ। ਦੇਖੋ ਸਤਿਗੁਰਾਂ ਨੇ ਵੀ ਦੁੱਖ ਪ੍ਰਗਟ ਕੀਤਾ ਹੈ। ਅਸੀਂ ਕਹਿ ਦਿੰਦੇ ਨਾ ਕਿ ਵੀ ਸਤਿਗੁਰਾਂ ਨੂੰ ਕਾਹਦਾ ਦੁੱਖ ਹੈ, ਸੰਤਾਂ ਨੂੰ ਕਾਹਦਾ ਦੁੱਖ ਹੈ। ਠੀਕ ਹੈ, ਬਿਲਕੁਲ ਉਹਨਾਂ ਨੂੰ ਹੋਰ ਕੋਈ ਦੁੱਖ ਨਹੀਂ ਹੈ। ਬਸ ਇਸੇ ਚੀਜ਼ ਦਾ ਦੁੱਖ ਹੁੰਦਾ ਹੈ ਕਿ ਬਈ ਜਿਸ ਕੰਮ ਵਾਸਤੇ ਉਹ ਆਉਂਦੇ ਨੇ, ਜੋ ਸਾਨੂੰ ਸੰਦੇਸ਼ ਦਿੰਦੇ ਨੇ, ਅਸੀਂ ਜਦੋਂ ਮੰਨਦੇ ਨਹੀਂ, ਉੱਤੇ ਚੱਲਦੇ ਨਹੀਂ, ਉਹਦੀ ਵਿਰੋਧਤਾ ਕਰੀ ਜਾਂਦੇ ਆ, ਉਹਦੇ ਉੱਤੇ ਪੂਰੇ ਨਹੀਂ ਹੁੰਦੇ, ਤੇ ਫਿਰ ਉਹਨਾਂ ਨੂੰ ਦੁੱਖ ਹੁੰਦਾ ਹੈ। ਉਹਨਾਂ ਨੇ ਬਚਨ ਪਹਿਲਾਂ ਫਰਮਾਇਆ ਕਿ ਜਲ ਥਲ ਮਈਅਲ ਪੂਰਿਆ ਰਵਿਆ ਵਿੱਚ ਬਣਾ ਹੈ। ਕਿਤੇ ਵੀ ਕਹਿੰਦੇ ਕੋਈ ਐਸੀ ਉਹ ਜਗ੍ਹਾ ਨਹੀਂ ਹੈ ਕਿ ਜਿੱਥੇ ਉਹ ਨਹੀਂ ਹੈਗਾ, ਪਰ ਕਹਿੰਦੇ ਕਿ ਹਰ ਥਾਂ ਤੇ ਮੌਜੂਦ ਹੈ। ਫਿਰ ਵੀ ਕਹਿੰਦੇ ਸੋ ਪ੍ਰਭ ਚੇਤਨਾ ਹੋਵੇ, ਜਿਹੜਾ ਜਰੇ ਜਰੇ ਦੇ ਵਿੱਚ ਮੌਜੂਦ ਹੈ, ਅਸੀਂ ਉਹਨੂੰ ਭੁੱਲ ਜਾਂਦੇ ਹਾਂ। ਉਹ ਨਹੀਂ ਸਾਨੂੰ ਦਿਸਦਾ, ਜਿਹੜਾ ਹਰ ਥਾਂ ਦੇ ਉੱਤੇ ਮੌਜੂਦ ਹੈ ਉਹ ਨਹੀਂ ਦਿਸਦਾ ਪਿਆ, ਤੇ ਬਈ ਜਿਹੜਾ ਦੂਰ ਬੈਠਾ ਉਹ ਕਿੱਥੋਂ ਦਿਸੇਗਾ? ਫਿਰ ਉਹ ਤਾਂ ਬੜੀ ਦੂਰ ਦੀ ਗੱਲ ਹੋ ਗਈ। ਫਿਰ ਫਰਮਾਇਆ ਕਿ ਸੋ ਪ੍ਰਭੂ ਚੇਤਨਾ ਆਵਈ ਕਿਤੜਾ ਦੁੱਖ ਗਣਾ। ਕਹਿੰਦੇ ਕਿੱਡਾ ਵੱਡਾ ਦੁੱਖ ਹੈ ਕਿ ਬਈ ਜਿਹੜਾ ਹਰ ਥਾਂ ਤੇ ਮੌਜੂਦ, ਸਾਡੇ ਨਾਲ ਸਾਹ ਦੇ ਨਾਲ ਸਾਹ ਲੈ ਰਿਹਾ ਹੈ, ਅੱਖਾਂ ਦੇ ਵਿੱਚ ਵਸ ਕੇ ਜੋਤੀ ਦੇ ਰਿਹਾ ਵੇਖਣ ਦੀ, ਕੰਨਾਂ ਦੇ ਵਿੱਚ ਵਸ ਕੇ ਸੁਣਨ ਦੀ ਸ਼ਕਤੀ ਦੇ ਰਿਹਾ ਹੈ, ਅੰਦਰ ਬੈਠ ਕੇ ਸਾਨੂੰ ਬੋਲਣ ਚੱਲਣ ਦੀ, ਬਾਹਾਂ ਲੱਤਾਂ ਦੇ ਵਿੱਚ ਵਸ ਕੇ ਸਾਡਾ ਕੰਮ ਕਰ ਰਿਹਾ ਹੈ, ਪੈਰਾਂ ਦੇ ਵਿੱਚ ਹੋ ਕੇ ਸਾਡੇ ਤੁਰ ਫਿਰ ਕੇ ਸਫ਼ਰ ਕੱਟ ਰਿਹਾ ਹੈ, ਤੇ ਕਹਿੰਦੇ ਉਹਨੂੰ ਭੁੱਲ ਗਏ। ਕਹਿੰਦੇ ਅਸੀਂ ਕਿੱਥੇ ਆ?
ਜਿਹੜੀ ਚਮਤਕਾਰ ਦੀ ਗੱਲ ਕਰਦੇ ਆ ਕਿ ਚਮਤਕਾਰ ਚਮਤਕਾਰ ਕੀ ਇਹ ਜਿਹੜਾ ਇਹਨੂੰ ਪੈਦਾ ਕਰ ਦਿੱਤਾ, ਇਸ ਤੋਂ ਵੱਡਾ ਚਮਤਕਾਰ ਕਿਹੜਾ ਹੈਗਾ? ਤੇ ਕਹਿੰਦੇ ਕਿ ਕਿਤੜਾ ਦੁੱਖ ਗਣਾ, ਕਹਿੰਦੇ ਕਿੱਡਾ ਵੱਡਾ ਦੁੱਖ ਹੈ ਕਿ ਜਿਹੜਾ ਹਰ ਵੇਲੇ ਸਾਡੇ ਨਾਲ ਹੋ ਕੇ ਕੰਮ ਕਰ ਰਿਹਾ ਹੈ, ਉਹ ਸਾਨੂੰ ਯਾਦ ਨਹੀਂ। ਮੈਂ ਕਈ ਵਾਰੀ ਦੱਸਿਆ ਹੈ ਕਿ ਬਾਕੀ ਕੰਮ ਸਾਰੇ ਪੂਰੇ ਕਰਾਂਗੇ, ਨੌਕਰੀਆਂ ਕਰਾਂਗੇ, ਪਰਿਵਾਰ ਨੂੰ ਪੂਰਾ ਟਾਈਮ ਦੇਵਾਂਗੇ, ਦੁਕਾਨਾਂ ਨੂੰ ਪੂਰਾ ਟਾਈਮ ਦੇਵਾਂਗੇ, ਤੇ ਜਿਹੜਾ ਸਤਿਗੁਰਾਂ ਦਾ ਹੁਕਮ ਹੈ ਉਹਦੇ ਵਾਸਤੇ ਕਵਾਂਗੇ ਟਾਈਮ ਨਹੀਂ ਹੈਗਾ, ਉਹਦੇ ਵਾਸਤੇ ਕਵਾਂਗੇ ਸਰੀਰ ਥੱਕ ਗਿਆ ਹੈ, ਹੁਣ ਆਹ ਚੀਜ਼ ਹੋ ਗਈ, ਉਹਨੂੰ ਉਹ ਚੀਜ਼ ਹੋ ਗਈ, ਇਹ ਕਾਹਦੇ ਵਾਸਤੇ? ਬਾਕੀ ਕੰਮ ਸਾਰੇ ਜਾਣਦੇ ਨਾ, ਮਜ਼ਾ ਤੇ ਤਾਂ ਹੈ ਤੇ ਬਾਕੀ ਦੇ ਕੰਮ ਛੱਡੇ ਦੇ। ਜੇ ਇਹਦਾ ਗੁਰੂ ਦੇ ਨਾਲ ਪਿਆਰ ਹੈ ਵਾਕਈ ਸੀ ਕਿ ਸਤਿਗੁਰਾਂ ਨੇ ਤੇ ਬਈ ਕਦੀ ਵੀ ਨਹੀਂ ਸਾਡੇ ਤੋਂ ਪਰੇ ਹੁੰਦੇ ਹੋ, ਪਰ ਜਦੋਂ ਤੱਕ ਇਹਨੂੰ ਯਾਦ ਨਹੀਂ ਆਏਗੀ ਗੱਲ ਉਦੋਂ ਤੱਕ ਨਹੀਂ ਬਣਨੀ। ਫਿਲਮ ਤੇ ਚੱਲੀ ਜਾ ਰਹੀ ਪਰ ਇਹ ਸੁੱਤਾ ਪਿਆ ਹੋਵੇ ਤੇ ਇਹਨੂੰ ਵੀ ਪਤਾ ਲੱਗਣਾ ਕਿ ਕੀ ਚੱਲ ਰਿਹਾ। ਇਹ ਜਾਗੇਗਾ, ਉੱਠ ਕੇ ਦੇਖੇਗਾ, ਫਿਰ ਇਹਨੂੰ ਪਤਾ ਲੱਗੇਗਾ। ਹੁਣ ਗੁਰੂ ਤੇ ਹਰ ਜਗ੍ਹਾ ਮੌਜੂਦ ਹੈ, ਹਰ ਜਗ੍ਹਾ ਸਾਨੂੰ ਦੇਖਦਾ ਪਿਆ, ਕੋਈ ਐਸੀ ਜਗ੍ਹਾ ਨਹੀਂ ਹੈਗੀ, ਪਰ ਇਹਨੂੰ ਕਿਸ ਤਰ੍ਹਾਂ ਭਰੋਸਾ ਆਏਗਾ? ਕਿਉਂ ਸਤਿਗੁਰਾਂ ਦਾ ਬਚਨ ਹੈ ਕਿ ਬੁਰੇ ਕੰਮ ਕੋ ਉਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਬੁਰੇ ਕੰਮ ਨੂੰ ਤੇ ਆ ਉਸੇ ਵੇਲੇ ਤੰਗੜ ਕੇ ਖਲੋ ਜਾਂਦੇ ਆ ਕਿ ਐਸੀ ਤੈਸੀ ਕੌਣ ਹੈ, ਉਹ ਕਰੂਗਾ, ਉਹ ਕਰੇ। ਪਰ ਜਦੋਂ ਉਹਦਾ ਵਚਨ ਮੰਨਣ ਦੀ ਆਉਂਦੀ ਹੈ ਉਦੋਂ ਸੌਂ ਜਾਂਦਾ ਹੈ। ਉਦੋਂ ਕੋਈ ਕਿਸੇ ਤਰ੍ਹਾਂ ਦਾ ਕੋਈ ਸ਼ਰਮ ਨਹੀਂ ਆਉਂਦੀ, ਉਦੋਂ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਆਉਂਦਾ, ਉਦੋਂ ਕੁਛ ਨਹੀਂ ਹੁੰਦਾ। ਤੇ ਇਸ ਕਰਕੇ ਉਹਨੇ ਫਰਮਾਇਆ ਕਿ ਬਈ ਇਹ ਬੜਾ ਵੱਡਾ ਦੁੱਖ ਹੈ। ਜਦੋਂ ਸਾਨੂੰ ਸਮਝ ਆਏਗੀ ਉਦੋਂ ਫਿਰ ਉਹ ਚੀਜ਼ ਲੱਗ ਜਾਂਦੀ ਹੈ। ਕਈ ਵਾਰੀ ਗੁਰੂ ਮਹਾਰਾਜ ਦੇ ਐਸੇ ਬਜ਼ੁਰਗ ਆਉਂਦੇ ਨੇ ਕਿ ਜਿਨ੍ਹਾਂ ਕੋਲ ਵਿਚਾਰਿਆਂ ਕੋਲ ਤੁਰਿਆ ਵੀ ਨਹੀਂ ਜਾਂਦਾ, ਉੱਠ ਕੇ ਖਲੋਤਾ ਹੀ ਨਹੀਂ ਜਾਂਦਾ ਉਹਨਾਂ। ਹੁਣ ਜਦੋਂ ਸਾਰੀ ਉਮਰ ਲੰਘ ਜਾਂਦੀ ਹੈ, ਬਾਅਦ ਦੇ ਵਿੱਚ ਕਹਿੰਦੇ ਗੁਰੂ ਮਹਾਰਾਜ ਜੀ ਕਿਰਪਾ ਕਰੋ, ਦਇਆ ਕਰੋ, ਨਾਮ ਨਹੀਂ ਜਪਿਆ ਜਾਂਦਾ। ਕਿ ਜਿੱਦਾਂ ਪਹਿਲਾਂ ਬੜਾ ਮਣਾ ਮੂੰਹ ਜਪ ਲਿਆ ਵਾ, ਹੁਣ ਜਪਿਆ ਨਹੀਂ ਜਾਂਦੇ। ਮਤਲਬ ਕਿ ਉਹ ਜਦੋਂ ਸਤਿਗੁਰਾਂ ਨੇ ਸਭ ਕੁਝ ਬਖਸ਼ਿਆ, ਸਭ ਕੁਝ ਦਿੱਤਾ, ਉਦੋਂ ਤੇ ਧਿਆਨ ਨਹੀਂ। ਜਦੋਂ ਕੋਈ ਕੰਮ ਹੋ ਜਾ ਗਿਆ ਤੇ ਫਿਰ ਅਸੀਂ ਮੰਨਦੇ ਹਾਂ ਕਿ ਫਿਰ ਸਾਨੂੰ ਦੱਸੋ ਜੀ ਕੀ ਕਰਨਾ ਹੈ। ਬੜੇ ਬੱਚੇ ਨੇ ਕਈ ਵਾਰੀ ਆਉਂਦੇ ਨੇ, ਕਈ ਕਹਿਣਗੇ ਕਿ ਗੁਰੂ ਮਹਾਰਾਜ ਲਾਓ, ਜਦੋਂ ਕੋਈ ਐਸਾ ਕੋਈ ਪ੍ਰੋਬਲਮ ਹੋ ਗਿਆ ਕਹਿਣਗੇ ਮੈਂ ਹੁਕਮ ਲਗਾਓ, ਜੋ ਵੀ ਕਹੋਗੇ ਮੈਂ ਕਰਾਂਗਾ। ਪਰ ਨਹੀਂ, ਉਹ ਸਾਡਾ ਫਾਇਦਾ ਨਹੀਂ ਉਠਾਉਂਦੇ ਕੋਈ ਸਾਨੂੰ ਇਹੋ ਜਿਹੀ ਚੀਜ਼। ਹੋਰ ਉਹਨਾਂ ਨੇ ਕੀ ਕੰਮ ਲੈਣਾ, ਕੀ ਕਰਨਾ ਸਾਡੇ ਤੋਂ? ਕਹਿੰਦੇ ਮੇਰਾ ਮੁਝ ਮੇ ਕੁਛ ਨਹੀਂ, ਜੇ ਕੁਛ ਹੈ ਸੋ ਤੇਰਾ। ਸਭ ਕੁਛ ਤੇ ਉਹਦਾ ਬਖਸ਼ਿਆ, ਉਹਨਾਂ ਨੇ ਸਾਡੇ ਕੋਲ ਕੀ, ਸਾਡੇ ਕੋਲੋਂ ਕੀ ਚਾਹੀਦਾ ਉਹਨਾਂ ਨੂੰ? ਪਰ ਉਹ ਸੇਵਾ ਲਗਾਉਂਦੇ ਨੇ ਸਾਡੀ ਕੋਈ ਨਾ ਕੋਈ। ਹੁਣ ਘਰ ਦੇ ਵਿੱਚ ਬੈਠਿਆਂ ਉਹ ਕਿਹਾ ਕਿ ਵੀ ਸਾਰਾ ਪਰਿਵਾਰ ਇਕੱਠੇ ਹੋ ਕੇ ਵੀ ਬੇਨਤੀ ਕਰਿਆ ਕਰੋ, ਉਹਦੇ ਚ ਉਹਨਾਂ ਨੇ ਕੀ ਸਾਡੇ ਕੋਲ ਲਿਆ? ਕਿਸੇ ਨੂੰ ਕਹਿ ਦਿੰਦੇ ਕਿ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਵੀ ਸਤਿਗੁਰਾਂ ਦਾ ਸਿਮਰਨ ਕਰਿਆ, ਉਹਨਾਂ ਨੇ ਉੱਚੋਂ ਕੀ ਲੈਣਾ? ਸਾਡੇ ਵਾਸਤੇ ਹੀ ਸਭ ਕੁਝ ਇਕੱਠਾ ਹੋ ਰਿਹਾ ਹੈ, ਕਿਸੇ ਵਾਸਤੇ ਥੋੜਾ ਕੁਝ ਇਕੱਠਾ ਹੋ ਰਿਹਾ ਹੈ। ਤੇ ਉਹਨਾਂ ਨੇ ਫਰਮਾਇਆ ਕਿ ਕਿੱਡਾ ਵੱਡਾ ਦੁੱਖ ਹੈ ਕਿ ਜਿਹੜਾ ਹਰ ਜਗ੍ਹਾ ਉਹ ਰਮਿਆ ਪਿਆ ਹੈ, ਉਹ ਸਾਨੂੰ ਦਿਖਾਈ ਨਹੀਂ ਦੇ ਰਿਹਾ। ਉਹਦਾ ਸਬੂਤ ਹੈ ਕਿਉਂਕਿ ਜਿਹੜੇ ਅਸੀਂ ਕਰਮ ਕਰਦੇ ਹਾਂ ਉਹ ਤਾਂ ਹੀ ਤਾਂ ਕਰਦੇ ਹਾਂ ਕਿ ਜਦੋਂ ਸਤਿਗੁਰਾਂ ਦਾ ਡਰ ਨਹੀਂ, ਸਾਨੂੰ ਸਤਿਗੁਰ ਦਿਖਾਈ ਨਹੀਂ ਦਿੰਦੇ। ਇੱਕ ਛੋਟਾ ਜਿਹਾ ਬੱਚਾ ਖੜਾ ਹੋਵੇ ਤਾਂ ਉਹਦੇ ਸਾਹਮਣੇ ਕੋਈ ਗੱਲ ਕਰਨ ਲੱਗੀਏ ਤੇ ਮਨ ਚ ਆਉਂਦਾ ਹੈ ਕਿ ਵੀ ਬੱਚਾ ਦੇਖਦਾ ਪਿਆ, ਕਿਸੇ ਨੂੰ ਦੱਸ ਦੇਗਾ। ਤੇ ਜੇ ਸਾਡੇ ਮਨ 'ਚ ਭਰੋਸਾ ਹੋਵੇ ਕਿ ਸਤਿਗੁਰ ਹਮੇਸ਼ਾ ਦੇਖਦਾ ਪਿਆ ਹੈ, ਤੇ ਫਿਰ ਕਿਸ ਤਰ੍ਹਾਂ ਬਈ ਅਸੀਂ ਕੋਈ ਉਹਨਾਂ ਦੀ ਨਾਫਰਮਾਨੀ ਕਰ ਸਕਦੇ? ਫਿਰ ਤਾਂ ਹੋਏਗੀ ਨਹੀਂ ਕਦੀ। ਹਾਂਜੀ ਅੱਗੇ। ਜਿਨੀ ਰਾਵਿਆ ਸੋ ਪ੍ਰਭੂ, ਤਿਨਾ ਭਾਗ ਮਣਾ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ, ਤਿਸਕੇ ਪਾਏ ਲਗਾ। ਹੁਣ ਫਰਮਾਇਆ ਪਹਿਲਾਂ ਹੋਇਆ ਕਿ ਸੋ ਪ੍ਰਭ ਚੇਤਨਾ ਆਵੇ, ਕਿਤੜਾ ਦੁੱਖ ਗਣਾ। ਕਿ ਜਿਹੜਾ ਹਰ ਜਗ੍ਹਾ ਰਮਿਆ ਪਿਆ ਹੈ ਉਹ ਨਹੀਂ ਸਾਨੂੰ ਦਿਖਦਾ ਪਿਆ, ਉਹ ਸਾਨੂੰ ਯਾਦ ਨਹੀਂ ਆਉਂਦਾ ਕਿ ਬਈ ਕਿੰਨਾ ਵੱਡਾ ਦੁੱਖ ਹੈ। ਅੱਗੇ ਫਰਮਾਇਆ ਜਿਨੀ ਰਾਵਿਆ ਸੋ ਪ੍ਰਭੂ, ਤਿੰਨਾਂ
ਭਾਗਮਾਨਾ। ਕਹਿੰਦੇ ਜਿਨ੍ਹਾਂ ਨੇ ਉਹ ਸਤਿਗੁਰ ਨੂੰ ਪਾ ਲਿਆ, ਜਿਨ੍ਹਾਂ ਨੂੰ ਉਹ ਸਤਿਗੁਰ ਦਿਸ ਪਏ, ਜਿਨ੍ਹਾਂ ਦੇ ਨਾਲ ਇੱਕਮਿਕ ਹੋ ਗਏ, ਜਿਨ੍ਹਾਂ ਦੇ ਵਿੱਚ ਉਹ ਰਮ ਗਏ, ਕਹਿੰਦੇ ਉਹਨਾਂ ਦਾ ਭਾਗ ਤੇ ਮਣਾ ਮੋਈ। ਕਈ ਕਹਿੰਦੇ ਨਾ ਕਿ ਇਹਨਾਂ ਦੇ ਮਣਾ ਮੋਈ, ਇਹਨੂੰ ਦੇ ਵਿੱਚ ਤੇ ਕਿਰਪਾ ਹੋਈ। ਕਹਿੰਦੇ ਉਹਨਾਂ ਦਾ ਤੇ ਭਾਗ ਜਿਹੜਾ ਆ ਕੋਈ ਛੋਟਾ ਨਹੀਂ, ਕੋਈ ਥੋੜ੍ਹਾ ਨਹੀਂ, ਜਾਂ ਬਹੁਤ ਮਤਲਬ ਕਿ ਬਹੁਤ ਜ਼ਿਆਦਾ ਮਣਾ ਮੋਈ ਉਹਨਾਂ ਦਾ ਭਾਗ ਹੈ। ਉਹਨਾਂ ਦਾ ਆਉਣਾ ਸਫਲ ਹੋ ਗਿਆ, ਕਿਉਂਕਿ ਬਾਕੀ ਕੰਮ ਕਰ ਤੇ ਸਾਰੀ ਦੁਨੀਆ ਹੀ ਕਰਦੀ। ਜਿਸ ਤਰ੍ਹਾਂ ਆਮ ਕਈ ਵਾਰੀ ਗੱਲ ਬਣੇ, ਕਹਿੰਦੇ ਆ ਕਿ ਪੈਸਾ ਤੇ ਫਲਾਣਿਆਂ ਕੋਲ ਵੀ ਬੜਾ ਵਾ। ਬਈ ਇਹ ਕਿਹੜੀ ਚੀਜ਼, ਕਿਹਦੇ ਕੋਲ ਸਭ ਕੁਛ ਪੈਸਾ ਲੋਕਾਂ ਕੋਲ ਹੈਗਾ ਹੈ, ਧੀਆਂ ਪੁੱਤਰ ਹੈਗੇ ਨੇ, ਮਕਾਨ ਹੈਗੇ ਨੇ, ਕੋਠੀਆਂ ਕਾਰਾਂ ਹੈਗੀਆਂ ਨੇ, ਸਭ ਕੁਛ ਹੈਗਾ ਹੈ। ਪਰ ਜਿਹੜੀ ਚੀਜ਼ ਲੈਣ ਵਾਸਤੇ ਜਨਮ ਮਿਲਿਆ ਸੀ ਉਹ ਹੈਗਾ ਹੈ ਕਿ ਨਹੀਂ ਹੈਗਾ, ਗੱਲ ਤੇ ਉਹਦੀ ਜਿਹਦੇ ਵਾਸਤੇ ਮੌਕਾ ਮਿਲਿਆ ਸੀ। ਕਹਿੰਦੇ ਜਿਨ੍ਹਾਂ ਨੂੰ ਉਹ ਪ੍ਰਭੂ ਮਿਲ ਗਿਆ, ਜਿਨ੍ਹਾਂ ਦੇ ਉਹਨਾਂ ਨੂੰ ਨਾਮ ਮਿਲ ਗਿਆ, ਜਿਨ੍ਹਾਂ ਦੇ ਹਿਰਦੇ 'ਚੋਂ ਨਾਮ ਵਸ ਗਿਆ, ਕਹਿੰਦੇ ਉਹਨਾਂ ਦਾ ਜਿਹੜਾ ਭਾਗ ਹੈ ਉਹ ਮਣਾ ਮੋਈ ਹੈ। ਕਿ ਕਹਿੰਦੇ ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਕਹਿੰਦੇ ਸਤਿਗੁਰੂ ਜੀ ਤੁਹਾਡੀ ਕਿਰਪਾ ਹੋਈ ਹੈ, ਤੁਹਾਡੀ ਦਇਆ ਹੋਈ ਹੈ, ਹੁਣ ਮੇਰੇ ਅੰਦਰ ਉਹ ਪਿਆਸ ਲੱਗ ਗਈ, ਹੁਣ ਤੁਹਾਡੇ ਦਰਸ਼ਨਾਂ ਨੂੰ ਮਨ ਲੋਚਦਾ ਹੈ। ਕਿਰਪਾ ਕਰੋ, ਦਇਆ ਕਰੋ ਕਿ ਇਹ ਪਿਆਸ ਜਿਹੜੀ ਹੈ ਲੱਗੀ ਰਹੇ ਹਮੇਸ਼ਾ। ਫਰਮਾਇਆ ਕਿ ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ, ਚੇਤ ਮਲਾਏ ਸੋ ਪ੍ਰਭੂ। ਹੁਣ ਪਿਆਸ ਲੱਗੀ ਏ, ਜਿਸ ਤਰ੍ਹਾਂ ਪਿਛਲੇ ਸਤਿਗੁਰਾਂ ਦੇ ਬਚਨ ਵਿੱਚ ਆਏ ਸੀ ਕਿ ਸੰਤ ਜਨਾ ਮਿਲ ਪਾਈਏ, ਰਸਨਾ ਨਾਮ ਬਣਾ। ਇਹ ਪਿਆਸ ਉੱਦਾਂ ਲੱਗਦੀ ਨਹੀਂ ਹੈਗੀ। ਜਦੋਂ ਐਸਾ ਸੰਗ ਹੁੰਦਾ ਹੈ, ਕੋਈ ਐਸਾ ਮੌਕਾ ਬਣਦਾ ਹੈ, ਐਸੇ ਉਹ ਜਦੋਂ ਕੋਈ ਟਾਈਮ ਆਉਂਦਾ ਹੈ, ਤੇ ਉਦੋਂ ਫਿਰ ਉਸ ਸੰਗਤ ਦੇ ਵਿੱਚ ਮਿਲ ਕੇ, ਉਸ ਸੰਤ ਜਨਾਂ ਨਾਲ, ਸਾਧ ਜਨਾਂ ਨਾਲ ਮਿਲ ਕੇ ਉਹ ਮਨ 'ਚ ਪਿਆਸ ਲੱਗਦੀ ਹੈ। ਤੇ ਉਹਨੇ ਫਰਮਾਇਆ ਕਿ ਬਈ ਜਦੋਂ ਫਿਰ ਪਿਆਸ, ਜਿਨ੍ਹਾਂ ਨੂੰ ਮਿਲ ਕੇ ਪਿਆਸ ਲੱਗੀ, ਚੇਤ, ਉਹਨਾਂ ਕਹਿੰਦੇ ਚੇਤ ਮਿਲਾਏ ਸੋ ਪ੍ਰਭੂ। ਕਿ ਜੇ ਉਹਨਾਂ ਜਿਨ੍ਹਾਂ ਨੂੰ ਮਿਲ ਕੇ ਉਹ ਪ੍ਰਭੂ ਦਾ ਚੇਤਾ ਆ ਗਿਆ, ਜਿਨ੍ਹਾਂ ਦੇ ਬਚਨ ਮੰਨ ਕੇ ਉਹ ਪ੍ਰਭੂ ਮਿਲ ਗਿਆ, ਤੇ ਕਹਿੰਦੇ ਕਿ ਉਹ ਮੈਂ ਕੀ ਕਰਾਂ ਉਹਨਾਂ ਵਾਸਤੇ। ਤੇ ਉਹ ਅੱਗੇ ਫਰਮਾਇਆ ਕਿ ਚੇਤ ਮਿਲਾਏ ਸੋ ਪ੍ਰਭੂ, ਤਿਸਕੇ ਪਾਏ ਲਗਾ। ਕਿ ਜੇ ਕੋਈ ਦਇਆ ਕਰਦੇ, ਕਿਰਪਾ ਕਰਦੇ, ਮੈਨੂੰ ਉਸ ਰਸਤੇ ਤੇ ਪਾ ਦੇਵੇ, ਮੇਰੇ ਪ੍ਰਭੂ ਨੂੰ ਮਿਲਾ ਦੇਵੇ, ਤੇ ਮੈਂ ਉਹਦੇ ਚਰਨਾਂ ਦੀ ਧੂੜ ਬਣ ਜਾਵਾਂ, ਉਹਦੇ ਮੈਂ ਪੈਰਾਂ 'ਚ ਹੀ ਪਿਆ ਰਵਾਂ ਉਹਦੇ ਹਰ ਵੇਲੇ। ਪਰ ਫਿਰ ਉਹੀ ਬੇਨਤੀ ਕਿ ਵੀ ਜਿਹਨੂੰ ਉਹ ਤਰਫ ਲੱਗ ਹੀ ਜਾਂਦਾ, ਉਹ ਇਹ ਸਭ ਕੁਛ ਕੁਰਬਾਨ ਕਰਨ ਨੂੰ ਹੋਏਗਾ। ਉਹ ਆਪਣਾ ਆਪ, ਜਿਸ ਤਰ੍ਹਾਂ ਵਚਨ ਆਏ ਸੀ ਕਿ ਉਹਦੇ ਉੱਤੇ ਸਭ ਕੁਛ ਮੈਂ ਵੇਚ ਦੇਵਾਂ, ਜਿਹੜਾ ਮੈਨੂੰ ਆਪਣੇ ਉਸ ਪ੍ਰਭੂ ਨਾਲ ਮਿਲਾ ਦੇਵੇ। ਫਿਰ ਜਿਹਨੂੰ ਲੋੜ ਹੁੰਦੀ ਹੈ ਉਹ ਉਹਦੇ ਵਾਸਤੇ ਸਭ ਕੁਛ ਕਰਨ ਨੂੰ ਤਿਆਰ ਹੋ ਜਾਂਦਾ ਹੈ। ਤੇ ਜਦੋਂ ਇੰਨਾ ਪਤਾ ਲੱਗ ਗਿਆ ਕਿ ਉਸ ਤੋਂ ਵੱਧ ਕੁਛ ਕੀਮਤੀ ਹੈ ਹੀ ਨਹੀਂ ਹੈ, ਫਿਰ ਕਿਹੜੀ ਚੀਜ਼ ਆਪਣੇ ਕੋਲ ਰੱਖੇਗਾ? ਇਹ ਤਾਂ ਸਭ ਕੁਛ ਕੁਰਬਾਨ ਕਰੇਗਾ। ਹੁਣ ਪਿੱਛੇ ਜਿਹੜੇ ਰਾਜੇ ਮਹਾਰਾਜੇ ਸੀ, ਜਿਨ੍ਹਾਂ ਨੇ ਆਪਣਾ ਘਰ-ਬਾਰ ਸਾਰਾ ਕੁਛ ਛੱਡ ਕੇ ਉਹਨਾਂ ਦੀ ਸ਼ਰਨ 'ਚ ਆ ਗਏ, ਉਹਨਾਂ ਨੇ ਪਾ ਲਿਆ, ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਕਿ ਇਸ ਤੋਂ ਵੱਡੀ ਕੀਮਤੀ ਚੀਜ਼, ਇੰਨੀਆਂ ਜ਼ਮੀਨਾਂ, ਜਾਇਦਾਦਾਂ, ਘੋੜੇ, ਹਾਥੀ, ਮਹਿਲ, ਸਭ ਕੁਛ ਛੱਡ ਦਿੱਤੇ। ਪਤਾ ਲੱਗ ਗਿਆ, ਸਾਰੀ ਚੀਜ਼ਾਂ ਦੇ ਵਿੱਚ ਰੱਜ ਕੇ ਵੇਖ ਲਿਆ ਕਿ ਵੀ ਨਹੀਂ, ਉਸ ਤੋਂ ਵੱਧ ਕੀਮਤੀ ਕੁਛ ਨਹੀਂ ਹੈ, ਉਸ ਨਾਮ ਤੋਂ ਬਗੈਰ ਕੋਈ ਚੀਜ਼ ਕੀਮਤੀ ਨਹੀਂ ਹੈ। ਫਿਰ ਉਹਨਾਂ ਦੇ ਚਰਨਾਂ 'ਚ ਜਾ ਕੇ ਅਰਦਾਸ ਬੇਨਤੀ ਕਰਕੇ ਉਹ ਚੀਜ਼ ਮੰਗੀ। ਤੇ ਸਤਿਗੁਰ ਦਇਆ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਮਨਜ਼ੂਰ ਕਰਨ। ਇਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ ਹੈ ਕਿ ਚੇਤ ਦਾ ਮਹੀਨਾ ਚੜ੍ਹਿਆ ਹੈ, ਸਤਿਗੁਰ ਦਇਆ ਕਰਨ, ਕਿਰਪਾ ਕਰਨ ਕਿ ਬਈ ਉਹਨਾਂ ਦਾ ਨਾਮ, ਉਹਨਾਂ ਦਾ ਚੇਤਾ ਸਾਨੂੰ ਕਦੇ ਵੀ ਭੁੱਲੇ ਨਾ, ਹਮੇਸ਼ਾ ਹੀ ਸਾਡੇ ਅੰਦਰ ਉਹ ਹਿਰਦੇ 'ਚੋਂ ਵਸਿਆ ਰਹੇ, ਪਲ ਪਲ ਜਿਹੜੀ ਆ ਉਹਨਾਂ ਦੀ ਯਾਦ ਬਣੀ ਰਹੇ। ਹਮੇਸ਼ਾ ਸਤਿਗੁਰਾਂ ਦੇ ਬਚਨ ਸਾਡੇ ਕੰਨਾਂ 'ਚ ਗੂੰਜਦੇ ਰਹਿਣ। ਕੋਈ ਵੀ ਐਸਾ ਕੰਮ ਨਾ ਕਰੀਏ ਕਿ ਜਿਹੜਾ ਉਹਨਾਂ ਦੇ ਬਚਨਾਂ ਤੋਂ ਸਾਨੂੰ ਦੂਰ ਲੈ ਜਾਵੇ। ਰਾਧਾ ਸੁਆਮੀ।